सतनाम वाहिगुरु साहिब जीओ। जतन बहुत सुख के किए, दुख को कियो न कोय। को नानक सुन रे मना, हर पावै सो होय। जतन बहुत सुख के किए, दुख को कियो न कोय। कहो नानक सुन रे मना, हर पावै सो होय। जगत भिखारी फिरत है, सबको दाता राम। कहो नानक मन सिमर तेह, पूरन होवै काम। जगत भिखारी फिरत है, सबको दाता राम। कहो नानक मन सिमर तेह, पूरन होवै काम। वाहिगुरु जी का खालसा, वाहिगुरु जी की फतेह। गरीब नवाज सतगुरु श्री गुरु ग्रंथ साहिब सच्चे पातशाह जी दे पावन पवित्र चरनां विच हजूरी विच जुड़ बैठे गुरु सवारे सत संगी जनों। गुरु तेग बहादुर साहब पातशाह दे उचारण किए हुए सलोक, जिन्हां नूं कि भोग दे सलोक नाल भी याद किया जाता है। 39 और 40 नंबर सलोक की व्याख्या विचार अज करन दा यतन करांगे। गुरु तेग बहादुर साहब पातशाह जी मनुखी जीवन दीयां दो अवस्थावां नूं अज उन्हां दी विचार व्याख्या दुख ते सुख की है। संसार दा हर एक मनुख सुख की मंग विच है, सुख की भीख मंग रहा है। कहन लगे सुख सब ने मंगया, पर यह ख्याल नहीं रखिया कि दुख तो किवें बचीए, दुख तो किवें बचिया जाए। ये दो नाम ने। सारा संसार सुख की खोज विच तुरदा है, पर पहुँचदा कोई बिरला ही। कहंदे सुख मंगया, दुख का कोई उपराला नहीं किया कि दुख ना आवे। सुख लई उपराले किते कि आ जाए, दुख ना आवे इस लई कोई यतन नहीं किया। क्योंकि जदों सुख आया ਉਹਦੇ ਵਿੱਚ ही दुख सी, वखरा नहीं सी, रलिया होया सी, मिक्स सी। ਉਹਦੇ ਵਿੱਚ ਦੋਵੇਂ ਇਕੱਠੇ ही आउंदे ने, वखरा कुछ नहीं। ਦੋਵੇਂ बिल्कुल इकट्ठे आउंदे ने। ऐसी कोई छाननी नहीं लाई बंदे ने कि वो सुख दे विचों दुख नूं पुण के बाहर कढदा है। ਉਹਦੇ कोल कोई पूणी नहीं, पुणन वाली चीज़ ही कोई नहीं है। क्योंकि दुनिया विच जिन्ने सुख आउंदे ने उहदे नाल उन्ने % विच दुख आउंदे ने। दोवें है नहीं इकट्ठे। तां जदों असी सुख मंगने आ, दुख मंगना नहीं पैंदा, वो आपे विच रलिया होया है, आपे ही आ जाता है। थोड़े दिनों बाद हर एक सुख
ਦੀ ਮੌਤ ਹੋ ਜਾਂਦੀ ਹੈ ਤੇ ਜਦੋਂ ਕਿਸੇ ਸੁੱਖ ਦੀ ਮੌਤ ਹੁੰਦੀ ਹੈ, ਜਿਹੜਾ ਸੁੱਖ ਦਾ ਮੁਰਦਾ ਬਚਦਾ ਉਸ ਨੂੰ ਕਹਿੰਦੇ ਨੇ ਦੁੱਖ। ਉਹ ਹੀ ਰੂਪ ਧਾਰਨ ਕਰ ਜਾਂਦਾ, ਵੱਖਰਾ ਨਹੀਂ। ਤਾਂ ਗੁਰੂ ਕੇ ਸ਼ਬਦ ਦੀ ਪੂਣੀ ਹੈ ਜਿਹੜੀ ਸੁੱਖ ਦੇ ਵਿੱਚੋਂ ਦੁੱਖ ਨੂੰ ਅੰਦਰ ਨਹੀਂ ਆਉਣ ਦਿੰਦੀ, ਉਹਨੂੰ ਪੁਣ ਕੇ ਬਾਹਰ ਕੱਢ ਦਿੰਦੀ ਹੈ। ਇੱਕ ਤੀਜੀ ਦਸ਼ਾ ਸਤਿਗੁਰੂ ਨੇ ਦੱਸੀ, ਆਨੰਦ। ਆਨੰਦ ਸਾਹਿਬ ਇੱਕ ਬਾਣੀ ਐਸੀ ਅਵਸਥਾ ਗੁਰੂ ਅਮਰਦਾਸ ਜੀ ਨੇ ਉਚਾਰਨ ਕੀਤੀ ਵੀ ਆਨੰਦ ਦੇ ਬਰਾਬਰ ਦਾ ਹੋਰ ਕੋਈ ਐਸੀ ਅਵਸਥਾ ਨਹੀਂ, ਆਨੰਦ ਇੱਕੋ ਹੀ ਹੈ। ਜਿੱਥੇ ਆਨੰਦ ਆ ਗਿਆ ਉੱਥੇ ਨਾ ਸੁੱਖ ਨਾ ਦੁੱਖ, ਦੋਵਾਂ ਤੋਂ ਆਦਮੀ ਪਾਰ ਚਲਾ ਗਿਆ। ਤੇ ਆਨੰਦ ਜਿਹੜਾ ਉਹ ਸੰਸਾਰ ਦੇ ਨਾਲ ਸੰਬੰਧਿਤ ਨਹੀਂ, ਸੰਸਾਰ ਦੀ ਕਿਸੇ ਦੁਕਾਨ ਤੋਂ ਮਿਲਦਾ ਨਹੀਂ। ਇਸ ਕਰਕੇ ਜਿਨ੍ਹਾਂ ਨੇ ਸੁੱਖ ਮੰਗਿਆ ਇਹ ਦੋਵੇਂ ਇਕੱਠੇ ਆਏ। ਕਬੀਰ ਸਾਹਿਬ ਤਾਂ ਹੀ ਕਹਿੰਦੇ ਨੇ, ਸੁਖ ਮੰਗਤ ਦੁੱਖ ਆਗੈ ਆਵੈ, ਸੋ ਸੁਖ ਹਮੂ ਨਾ ਮੰਗਿਆ ਪਾਵੈ। ਕਹਿੰਦੇ ਜਿਹੜਾ ਸੁੱਖ ਮੰਗਣ ਨਾਲ ਦੁੱਖ ਫਿਰ ਅੱਗੇ ਆ ਜਾਂਦਾ, ਉਹ ਸੁੱਖ ਸਾਨੂੰ ਮੰਗਣਾ ਚੰਗਾ ਨਹੀਂ ਲੱਗਦਾ, ਉਹਦੇ ਵਿੱਚ ਲੁਕ ਕੇ ਆਉਂਦਾ। ਇੱਥੋਂ ਦੇ ਹਰ ਇੱਕ ਸੁੱਖ ਦੇ ਵਿੱਚ, ਹਰ ਇੱਕ ਫੁੱਲ ਦੇ ਨਾਲ ਕੁਦਰਤੀ ਤੌਰ 'ਤੇ ਕੰਡੇ ਵੀ ਹਨ, ਕੰਡੇ ਜੁੜੇ ਹੋਏ ਨੇ। ਤਾਂ ਸਤਿਗੁਰੂ ਨੇ ਬੰਦੇ ਦੀ ਇਸ ਹਾਲਤ ਨੂੰ ਇੱਥੇ ਵਰਣਨ ਕੀਤਾ, ਕਹਿੰਦੇ ਆਦਮੀ ਦਿਨ ਰਾਤ ਸੁੱਖ ਲਈ ਯਤਨ ਕਰਦਾ ਰਹਿੰਦਾ ਹੈ, ਗਲਤ ਖੋਜ ਵਿੱਚ ਜਾ ਰਿਹਾ ਹੈ। ਸੁੱਖ ਦੇ ਵਿੱਚੋਂ ਕਦੀ ਸਦੀ ਵੀ ਆਨੰਦ ਦੀ ਪ੍ਰਾਪਤੀ ਨਹੀਂ, ਉਹਦੇ ਵਿੱਚ ਫਿਰ ਦੁੱਖ ਆਵੇਗਾ। ਇਸ ਕਰਕੇ ਵਿਅਰਥ ਦੇ ਯਤਨ ਨੇ, ਸੁੱਖ ਕਿਤੇ ਹੋਰ ਹੈ, ਆਨੰਦ ਕਿਤੇ ਹੋਰ ਹੈ। ਇਸ ਲਈ ਜਿਨ੍ਹਾਂ ਨੇ ਸੁੱਖ ਪਾਏ ਨਹੀਂ, ਉਹ ਤੇ ਸਾਰੀ ਉਮਰ ਸੰਸਾਰ ਦੇ ਸੁੱਖ ਲੱਭਣ ਵਿੱਚ ਬਿਤਾ ਦਿੰਦੇ ਨੇ ਕਿ ਪਦਾਰਥਾਂ ਨਾਲ, ਸੰਸਾਰ ਦੀਆਂ ਚੀਜ਼ਾਂ ਦੇ ਨਾਲ, ਇਹਨਾਂ ਨਾਲ ਸੁੱਖ ਦੀ ਪ੍ਰਾਪਤੀ ਹੋਵੇਗੀ, ਇਹਦੇ ਉੱਤੇ ਉਮਰ ਲਾ ਦਿੰਦੇ ਨੇ। ਸੁੱਖ ਪ੍ਰਾਪਤ ਨਹੀਂ ਹੁੰਦਾ ਤਾਂ ਸੋਚਦੇ ਰਹਿੰਦੇ ਨੇ ਪਦਾਰਥ ਨਹੀਂ ਮਿਲਿਆ, ਸੰਸਾਰ ਨਹੀਂ ਮਿਲਿਆ, ਧਨ ਨਹੀਂ ਮਿਲਿਆ, ਤਾਂ ਕਰਕੇ ਦੁੱਖ ਹੈ, ਤਾਂ ਕਰਕੇ ਸੁੱਖ ਦੀ ਪ੍ਰਾਪਤੀ ਨਹੀਂ। ਪਰ ਜਿਨ੍ਹਾਂ ਨੂੰ ਸਾਰੇ ਪਦਾਰਥ ਪ੍ਰਾਪਤ ਹੋ ਗਏ, ਸਾਰਾ ਕੁਝ ਮਿਲ ਵੀ ਗਿਆ, ਉਹਨਾਂ ਦੇ ਜੀਵਨ ਦੇ ਵਿੱਚ ਇੱਕ ਹੋਰ ਘਟਨਾ ਘਟਦੀ। ਉਹ ਕਹਿੰਦੇ ਨੇ ਸਭ ਕੁਝ ਹੈ ਪਰ ਸੁੱਖ ਨਹੀਂ ਹੈ। ਫਿਰ ਉੱਥੇ ਅੱਗੋਂ ਖੋਜ ਕਰਦਾ ਆਦਮੀ। ਇਸ ਲਈ ਕਈ ਬੜੇ ਸੁਖੀ ਬੰਦੇ ਪਰਮਾਤਮਾ ਦੀ ਖੋਜ ਵਿੱਚ ਨਿਕਲੇ, ਬੜੇ ਬੜੇ ਅਮੀਰ, ਜਿਨ੍ਹਾਂ ਦੇ ਕੋਲ ਨਾ ਧਨ ਦੀ ਕਮੀ, ਨਾ ਧਾਮ ਦੀ ਕਮੀ, ਨਾ ਇੱਜ਼ਤ ਦੀ, ਨਾ ਅਹੁਦੇ ਦੀ। ਵੇਖ ਲਿਆ ਇਹਦੇ ਵਿੱਚੋਂ ਪ੍ਰਾਪਤੀ ਨਹੀਂ, ਇਹਦੇ ਵਿੱਚੋਂ ਬਣਿਆ ਕੁਝ ਨਹੀਂ। ਇਸ ਕਰਕੇ ਉਹਨਾਂ ਨੇ ਸੁੱਖ ਦੇ ਯਤਨ ਛੱਡ ਦਿੱਤੇ। ਜਿੰਨਾ ਯਤਨ ਬੰਦਾ ਸੁੱਖ ਦਾ ਕਰਦਾ ਹੈ, ਇੰਨਾ ਯਤਨ ਰੱਬ ਨਾਲ ਪਿਆਰ ਕਰਨ ਵਿੱਚ ਲਾਦਾ ਹੈ, ਤੇ ਉਹਦੇ ਵਿੱਚੋਂ ਇੱਕ ਦੂਜੀ ਚੀਜ਼ ਮਿਲਦੀ ਜਿਹਨੂੰ ਆਨੰਦ ਕਹਿੰਦੇ ਨੇ। ਆਨੰਦ ਜਿਹੜਾ ਕਹਿਣ ਨਾਲ ਨਹੀਂ ਆਉਂਦਾ, ਸਾਰਾ ਸੰਸਾਰ ਕਹਿ ਰਿਹਾ। ਗੁਰੂ ਅਮਰਦਾਸ ਜੀ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ। ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚਾ ਸਵਾਰਿਆ, ਕਹੈ ਨਾਨਕ ਇਹ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਉਹ ਸੱਚਾ ਸੁੱਖ ਹੈ, ਸਦੀਵ ਕਾਲੀ ਹੈ, ਉਹਦੀ ਕਦੀ ਮੌਤ ਨਹੀਂ ਹੁੰਦੀ, ਉਹਦੀ ਕਦੀ ਸਮਾਪਤੀ ਨਹੀਂ ਹੁੰਦੀ। ਪਰ ਆਦਮੀ ਸਾਰੀ ਉਮਰ ਸੁੱਖ ਦੇ ਯਤਨ ਕਰਦਾ, ਪਰ ਇਹ ਭੁੱਲ ਗਿਆ ਕਿ ਸੁੱਖ ਦੇ ਆਉਂਦਿਆਂ ਹੀ ਦੁੱਖ ਆਏਗਾ, ਉਹਦਾ ਵੀ ਕੋਈ ਯਤਨ ਕਰ ਲਈਏ। ਇਸ ਲਈ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਯਤਨ ਬਹੁਤ ਸੁੱਖ ਕੇ ਕੀਏ, ਜਿਉਂ ਜਨਮ ਲਿਆ। ਸੁੱਖ ਨੂੰ ਫੜਨ ਵਾਸਤੇ ਬੜੇ ਹੀ ਯਤਨ ਕੀਤੇ ਗਏ, ਅੱਜ ਤੱਕ ਕਰ ਰਿਹਾ ਮਨੁੱਖ। ਜਿਉਂ ਦਾ ਸੰਸਾਰ ਬਣਿਆ, ਸੁੱਖਾਂ ਦੀ ਖੋਜ ਵਿੱਚ ਆਦਮੀ ਦਿਨ ਰਾਤ ਦੌੜ ਰਿਹਾ, ਦਿਨ ਰਾਤ ਭੱਜ ਰਿਹਾ, ਸੁੱਖ ਦੀ ਖੋਜ ਕਰ ਰਿਹਾ। ਪਰ ਗੁਰੂ ਨੂੰ ਨਹੀਂ ਪੁੱਛਿਆ ਸੁੱਖ ਗਵਾਚਾ ਕਿੱਥੇ ਹੈ। ਲੱਭ ਕਿਤੇ ਹੋਰ ਰਿਹਾ, ਗਵਾਚ ਕਿਤੇ ਹੋਰ ਗਿਆ, ਗਵਾਚਿਆ ਕਿਤੇ ਹੋਰ, ਲੱਭਦੇ ਕਿਤੇ ਹੋਰ ਹਾਂ। ਇਸ ਕਰਕੇ ਸਾਰੀ ਉਮਰ ਨਹੀਂ ਮਿਲਦਾ। ਜਿੱਥੋਂ ਅਸੀਂ ਖੋਜਣ ਦੀ ਕੋਸ਼ਿਸ਼ ਕਰ ਰਹੇ ਹਾਂ ਉੱਥੇ ਹੈ ਹੀ ਨਹੀਂ।
थक जावांगे ਲੱਭੇਗਾ नहीं, हार जावांगे मिलेगा नहीं, इत्थों कोई रजिया नहीं, कोई तृप्त नहीं होया। इस ਲਈ सतगुरु ने कई ਥਾਵਾਂ ਤੇ ਬਾਣੀ ਵਿੱਚ ਨਾਮ ਲਿਆ ਐਸੇ ਲੋਕਾਂ ਦਾ। ਬੰਦੇ ਦੀ ਇੱਕ ਆਦਤ ਹੈ, ਉਹਨੂੰ ਜਿੰਨਾ ਚਿਰ ਉਦਾਹਰਣ ਨਾ ਦਿਓ ਉਹ ਸਮਝਦਾ ਨਹੀਂ। ਇਸ ਕਰਕੇ ਗੁਰਬਾਣੀ ਵਿੱਚ ਐਸੇ ਲੋਕਾਂ ਦੀਆਂ ਉਦਾਹਰਨਾਂ ਦਿੱਤੀਆਂ ਜਿਨ੍ਹਾਂ ਦੇ ਕੋਲ ਕੋਈ ਕਮੀ ਨਹੀਂ ਸੀ ਪਦਾਰਥ ਦੀ। ਸਰਬ ਸੋਇਨ ਕੀ ਲੰਕਾ ਹੋਤੀ। ਆਦਮੀ ਨੂੰ ਪੁੱਛੋ, ਕਹੇਗਾ ਕੋਲ ਕੁਝ ਨਹੀਂ। ਕੋਈ 10 ਕਿਲੋ ਸੋਨਾ ਮਿਲ ਜਾਏ ਤੇ ਸੁੱਖ ਦੀ ਪ੍ਰਾਪਤੀ ਹੋ ਜਾਏਗੀ। ਤੇ ਗੁਰੂ ਗ੍ਰੰਥ ਸਾਹਿਬ ਜੀ ਉਦਾਹਰਨ ਦਿੰਦੇ ਨੇ, ਕਹਿੰਦੇ ਸਮਾਂ ਨਾ ਖਰਾਬ ਕਰੀ, ਸਾਰੀ ਲੰਕਾ ਹੀ, ਕਿਲੋ ਦੇ ਹਿਸਾਬ ਨਹੀਂ ਕਿ ਕਿੰਨੇ ਕਿਲੋ ਸੋਨਾ ਸੀ ਰਾਵਣ ਦੇ ਕੋਲ, ਕਿੰਨੇ ਮਣ ਸੀ ਕਿ ਕਿੰਨੇ ਕੁਇੰਟਲ ਸੀ। ਸਰਬ ਸੋਇਨ ਕੀ ਲੰਕਾ ਹੋਤੀ, ਸਾਰੀ ਲੰਕਾ ਹੀ ਸੋਨੇ ਦੀ। ਰਾਵਣ ਸੇ ਅਧਿਕਾਈ। ਇਹ ਉਦਾਹਰਨਾਂ ਬੜੀਆਂ ਕੀਮਤੀ ਨੇ। ਬੜੇ ਬੜੇ ਥੋੜ੍ਹੇ ਜਿਹੇ ਚੁਣੇ ਹੋਏ ਲੋਕ ਨੇ ਜਿਨ੍ਹਾਂ ਦੀਆਂ ਅਸੀਂ ਉਦਾਹਰਨਾਂ ਦਿੰਦੇ ਹਾਂ, ਪਰ ਮਨ ਨਹੀਂ ਸਮਝਦਾ। ਸਾਰੀਆਂ ਉਦਾਹਰਨਾਂ ਸੁਣਨ ਦੇ ਬਾਵਜੂਦ ਵੀ ਉਹਨੂੰ ਸਮਝ ਨਹੀਂ ਆਉਂਦੀ, ਫਿਰ ਉਹਦੇ ਉੱਤੇ ਆ ਕੇ ਡਿੱਗਦਾ, ਫਿਰ ਉਹਦੇ ਉੱਤੇ ਆ ਕੇ ਆਧਾਰਿਤ ਹੋ ਜਾਂਦਾ ਹੈ। ਇਸ ਕਰਕੇ ਸਤਿਗੁਰੂ ਨੇ ਗਿਣੇ ਚੁਣੇ ਲੋਕਾਂ ਦੀਆਂ ਉਦਾਹਰਨਾਂ ਦਿੱਤੀਆਂ। ਕਹਿਣ ਲੱਗੇ ਜੇ ਤੇ ਰਾਵਣ ਕਾਮਯਾਬ ਹੋਇਆ ਜ਼ਿੰਦਗੀ ਵਿੱਚ, ਸਾਧਨ ਸਾਰੇ ਸਨ, ਹਾਥੀ ਸਨ, ਘੋੜੇ ਸਨ, ਪਦਾਰਥ ਸਨ, ਸਭ ਕੁਝ ਸੀ, ਜੇ ਤੇ ਉਹਨੂੰ ਤ੍ਰਿਪਤੀ ਨਸੀਬ ਹੋਈ ਤੇ ਤੂੰ ਵੀ ਇਹਦੇ ਪਾਸੇ ਸਮਾਂ ਗੁਜ਼ਾਰ, ਇਹਦੇ ਪਾਸੇ ਸਮਾਂ ਲਾ ਦੇ। ਤੇ ਜੇ ਉਹ ਰਾਵਣ ਹੀ ਇੱਥੋਂ ਰੋਂਦਾ ਚਲਾ ਗਿਆ, ਫਿਰ ਤੇਰੇ ਵਾਸਤੇ ਇੱਕ ਬੜੀ ਸੁੰਦਰ ਉਦਾਹਰਣ ਹੈ। ਉਸ ਕੰਮ ਤੇ ਤੂੰ ਨਾ ਸਮਾਂ ਗੁਜ਼ਾਰੀ, ਉਹਦੇ ਉੱਤੇ ਤੂੰ ਸਮਾਂ ਨਾ ਲਾਈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਸੁੱਖ ਨੂੰ ਖੋਜਣ ਵਾਸਤੇ ਇੱਥੇ ਇਸ਼ਾਰਾ ਕਰ ਰਹੇ ਨੇ। ਕਹਿੰਦੇ ਜਿੰਨਾ ਯਤਨ ਤੂੰ ਸੁੱਖ ਦੀ ਖੋਜ ਤੇ ਲਾਉਣਾ ਹੈ, ਇੰਨਾ ਯਤਨ, ਇੰਨੀ ਮਿਹਨਤ ਕਿਤੇ ਰੱਬ ਦੇ ਪਿਆਰ ਵਿੱਚ ਲਾ ਦੇਂ ਤੇ ਉਸ ਦੇ ਵਿੱਚੋਂ ਤੈਨੂੰ ਇੰਨਾ ਸੁੱਖ ਮਿਲੇਗਾ ਕਿ ਦੁਨੀਆ ਦਾ ਦੁੱਖ ਤੇਰੇ ਨੇੜੇ ਨਹੀਂ ਆ ਸਕੇਗਾ। ਪਰ ਇਹ ਯਤਨ ਨਹੀਂ ਕਰਦਾ। ਇਸ ਕਰਕੇ ਸਤਿਗੁਰੂ ਨੇ ਬਾਣੀ ਦੇ ਵਿੱਚ ਐਸੇ ਯਤਨ ਕਰਨ ਦਾ ਹੁਕਮ ਦਿੱਤਾ ਹੈ ਕਿ ਇੱਧਰ ਮਿਹਨਤ ਕਰ, ਜਿੱਧਰ ਤੂੰ ਮਿਹਨਤ ਕਰ ਰਿਹਾ ਆਪਣੇ ਜੀਵਨ ਦੀ ਤਾਕਤ, ਸਮੇਂ ਨੂੰ ਨਾ ਗਵਾਈ। ਇਸੇ ਸਮੇਂ ਨੂੰ, ਇਸ ਵਕਤ ਨੂੰ ਤੂੰ ਰੱਬ ਦੇ ਪਿਆਰ ਵਿੱਚ ਗੁਜ਼ਾਰ। ਉਹਦੇ ਵਿੱਚ ਕਿਵੇਂ ਦਾ ਸੁੱਖ ਮਿਲੇਗਾ? ਸਾਹਿਬ ਬਾਣੀ ਵਿੱਚ ਕਿਰਪਾ ਕਰਦੇ, ਹਲਤ ਸੁਖ ਪਲਤ ਸੁਖ, ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਕਹਿੰਦੇ ਵੇਖ, ਹਲਤ ਤੇ ਅਰਥ ਨੇ ਇਹ ਦੁਨੀਆ, ਪਲਤ ਦਾ ਅਰਥ ਹੈ ਪਰਲੋਕ। ਏਡੀ ਵੱਡੀ ਉਹ ਦਵਾਈ ਹੈ ਪਰਮਾਤਮਾ ਦਾ ਨਾਮ, ਉਹਦੀ ਯਾਦ, ਉਸ ਦਾ ਪ੍ਰੇਮ, ਗੁਰਬਾਣੀ ਨਾਲ ਪ੍ਰੇਮ। ਧਰਮ ਦੀ ਪੂੰਜੀ ਕੋਲ ਹੋਵੇ ਬੰਦੇ ਦੇ, ਹਲਤ ਦਾ ਸੁੱਖ ਮਿਲ ਗਿਆ, ਇੱਥੋਂ ਦਾ ਸੁੱਖ ਵੀ ਉਹਦੇ ਵਿੱਚ ਹੈ। ਸਾਧ ਸੰਗਤ, ਦੋਵੇਂ ਸੁੱਖ ਨੇ ਉਸ ਘਰ ਦੇ ਅੰਦਰ। ਸ਼ਬਦ ਦੋਵਾਂ ਜਹਾਨਾਂ ਵਿੱਚ ਚੱਲਦਾ। ਸ਼ਬਦ ਅਖੁੱਟ ਬਾਬਾ ਨਾਨਕਾ, ਬੜਾ ਪਿਆਰਾ ਸ਼ਬਦ ਲਿਖਿਆ। ਸ਼ਬਦ ਖੋਟਾ ਨਹੀਂ ਹੁੰਦਾ। ਨਾਮ ਨਾ ਇੱਥੇ ਖੋਟਾ ਹੁੰਦਾ ਹੈ ਤੇ ਪਰਲੋਕ ਵਿੱਚ ਜਦੋਂ ਆਦਮੀ ਗਿਆ ਤੇ ਨਾਲ ਵੀ ਚਲਾ ਜਾਂਦਾ, ਬਾਕੀ ਤੇ ਸਭ ਇੱਥੇ ਰਹਿ ਗਿਆ। ਇਸ ਕਰਕੇ ਸਾਹਿਬ ਕਹਿੰਦੇ ਹਲਤ ਸੁਖ ਪਲਤ ਸੁਖ, ਨਿਤ ਸੁਖ ਸਿਮਰਨੋ। ਪਰ ਇਹ ਕਿਵੇਂ ਹੋਵੇਗਾ? ਸਾਹਿਬ ਕਹਿੰਦੇ ਨਾਮ ਗੋਬਿੰਦ ਕਾ ਸਦਾ ਲੀਜੈ। ਇਹ ਹੁਣ ਸਾਨੂੰ ਉਪਰਾਲਾ ਕਰਨਾ ਪਏਗਾ। ਸਦਾ ਉਹਦੇ ਥਾਂ ਤੇ ਇਸ ਨਾਮ ਨੂੰ ਲਾ ਜਿੱਥੇ ਮਾਇਆ ਵੱਸਦੀ। ਦੋ ਉਦਾਹਰਨਾਂ ਦਿੱਤੀਆਂ ਨੇ। ਸਾਹਿਬ ਨੂੰ ਜਦੋਂ ਕਿਸੇ ਪੁੱਛਿਆ ਕਿ ਜਿਸ ਸੁੱਖ ਦੀ ਤੁਸੀਂ ਗੱਲ ਕਰਦੇ ਹੋ ਮਿਲੇ ਕਿਵੇਂ, ਕਹਿਣ ਲੱਗੇ ਹੁਣ ਜਿਨ੍ਹਾਂ ਦਮਾਂ ਨਾਲ, ਜਿਨ੍ਹਾਂ ਸਵਾਸਾਂ ਨਾਲ, ਇੱਕ ਇੱਕ ਸਵਾਸ ਨਾਲ ਤੁਸੀਂ ਮਾਇਆ ਨੂੰ ਚੇਤੇ ਕਰਦੇ ਹੋ, ਅੰਦਰੋਂ ਯਾਦ ਬਣੀ ਰਹਿੰਦੀ ਮਾਇਆ ਦੇ ਕਿਸੇ ਰੂਪ ਦੀ। ਮਾਇਆ ਮਨੋਂ ਨਾ ਵਿਸਰੈ, ਮੰਗੈ ਦਮਾ ਦਮ। ਇੱਕ ਇੱਕ ਸਵਾਸ ਜਦੋਂ ਚੱਲਦਾ ਨਾ ਤੇ ਸਾਧ ਸੰਗਤ ਅੰਦਰ ਖੋਜ ਚੱਲਦੀ ਰਹਿੰਦੀ, ਕਿਵੇਂ ਵਧੇ, ਕਿਵੇਂ ਜ਼ਿਆਦਾ ਹੋ ਜਾਏ, ਕਿਵੇਂ ਸਾਡੇ ਕੋਲ ਇਹ ਖਜ਼ਾਨੇ ਵੱਧ ਜਾਣ ਸੰਸਾਰ ਦੇ। ਪਰ ਜੇ ਕਹਿੰਦੇ ਇੱਕ ਪਾਸੇ ਤੇ ਉਹ ਲੋਕ ਨੇ
ਜਿਹੜੇ ਇੱਕ ਇੱਕ ਸਵਾਸ ਨਾਲ ਮਾਇਆ ਨੂੰ ਚੇਤੇ ਕਰਦੇ ਨੇ। ਹੁਣ ਥਾਂ ਤੇ ਇੱਕੋ ਹੈ ਨਾ ਸਾਧ ਸੰਗਤ, ਇੱਕੋ ਚੀਜ਼ ਹੈ, ਜ਼ਮੀਨ ਇੱਕੋ ਹੈ, ਉਹਦੇ ਵਿੱਚ ਫੁੱਲ ਬੀਜੋ ਤੇ ਜ਼ਮੀਨ ਨੇ ਨਾ ਨਹੀਂ ਕਰਨੀ, ਉਹ ਫੁੱਲ ਪੈਦਾ ਕਰ ਦੇਗੀ। ਜਿਹੜਾ ਬੀਜ ਪਾਇਆ ਜ਼ਮੀਨ ਦਾ ਕੰਮ ਤੇ ਉਗਾਉਣਾ ਹੈ। ਜੇ ਉਹਦੇ ਵਿੱਚ ਸੁਗੰਧਿਤ ਫੁੱਲਾਂ ਦੇ ਬੀਜ ਪਾਵਾਂਗੇ ਤੇ ਫੁੱਲ ਉਗਣਗੇ, ਉਹਨੇ ਜਵਾਬ ਨਹੀਂ ਦੇਣਾ ਫੁੱਲ ਉਗਾਉਣ ਤੋਂ। ਉਸੇ ਥਾਂ ਤੇ ਜਿੱਥੇ ਫੁੱਲ ਬੀਜੇ ਸਨ, ਉਸੇ ਥਾਂ ਤੇ ਕਿੱਕਰ ਦਾ, ਕੰਡਿਆਂ ਦਾ ਬੀਜ ਦਿੱਤਾ ਜਾਏ, ਜ਼ਮੀਨ ਨੇ ਫਿਰ ਵੀ ਜਵਾਬ ਨਹੀਂ ਦੇਣਾ। ਬੰਦੇ ਦਾ ਜੀਵਨ ਜ਼ਮੀਨ ਵਰਗਾ ਹੈ, ਮਨੁੱਖ ਦੀ ਜ਼ਿੰਦਗੀ ਜ਼ਮੀਨ ਵਰਗੀ ਹੈ, ਸਵਾਸ ਜ਼ਮੀਨ ਵਰਗੇ ਨੇ। ਸੱਚੇ ਪਾਤਸ਼ਾਹ ਨੇ ਕਿ ਹੁਣ ਮਰਜ਼ੀ ਤੇਰੀ ਏ, ਤੂੰ ਇਹਦੇ ਵਿੱਚ ਕੀ ਬੀਜਣਾ, ਸੰਸਾਰ ਬੀਜਣਾ ਕਿ ਪਰਮਾਤਮਾ ਬੀਜਣਾ ਹੈ, ਉਹਦਾ ਨਾਮ ਬੀਜਣਾ, ਇਹ ਤੇਰੇ ਤੇ ਨਿਰਭਰ ਕਰਦਾ ਹੈ। ਸਵਾਸ ਤੇਰੇ ਕੋਲ ਨੇ, ਇਹਨਾਂ ਸਵਾਸਾਂ ਦੇ ਵਿੱਚ ਮਾਇਆ ਮਨੋ ਨਾ ਵਿਸਰੈ। ਮੰਗੈ ਦਮਾ ਦਮ, ਇੱਕ ਇੱਕ ਦਮ, ਇੱਕ ਇੱਕ ਸਵਾਸ ਉਹਦੇ ਵਿੱਚ ਚੱਲੀ ਜਾਂਦਾ। ਸੋ ਪ੍ਰਭ ਚਿਤ ਨਾ ਆਵੇ, ਨਾਨਕ ਨਹੀਂ ਕਰਮ। ਤੇ ਦੂਜੇ ਪਾਸੇ ਸਤਿਗੁਰੂ ਨੇ ਬਚਨ ਕੀਤੇ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਹੁਣ ਇੱਕ ਇੱਕ ਦਮ ਉਹ ਵੀ ਪੁਰਸ਼ ਉਸੇ ਤਰ੍ਹਾਂ ਦਾ ਹੈ, ਸਰੀਰ ਉਹਦਾ ਵੱਖਰਾ ਨਹੀਂ, ਬਸ ਬੀਜ ਬੀਜਣ ਵਿੱਚ ਫਰਕ ਪਾ ਦਿੱਤਾ। ਇੱਕ ਨੇ ਇਸ ਸਵਾਸ ਵਿੱਚ, ਇਸ ਮਨ ਵਿੱਚ ਬੀਜਿਆ ਸੰਸਾਰ, ਦੂਜੇ ਨੇ ਬੀਜ ਦਿੱਤਾ ਨਾਮ। ਹੁਣ ਜੋ ਕੁਝ ਬੀਜਿਆ ਇਹ ਇੱਕ ਜ਼ਿੰਦਗੀ ਦੀ ਤਰਜ ਹੈ, ਇਹ ਧਰਤੀ ਹੈ ਜੀਵਨ, ਜੋ ਬੀਜਾਂਗੇ ਉਹ ਹੀ ਉੱਗੇਗਾ। ਇਸ ਕਰਕੇ ਬੀਜਣ ਦੀ ਸਲਾਹ ਲੈਣੀ ਚਾਹੀਦੀ ਹੈ, ਬੀਜ ਪਹਿਲਾਂ ਟੈਸਟ ਕਰ ਲੈਣਾ ਚਾਹੀਦਾ ਹੈ। ਕਰਮ ਕਰਨ ਲੱਗਿਆਂ ਕਿਵੇਂ ਦਾ ਹੈ, ਪਤਾ ਕਿੱਥੋਂ ਲੱਗੇਗਾ? ਪਹਿਲਿਆਂ ਵੱਲ ਵੇਖ ਲਈਏ, ਪਹਿਲਿਆਂ ਵੱਲ ਵੇਖੀ ਉਹਨਾਂ ਦੇ ਜੀਵਨ। ਤਵਾਰੀਖ ਕਿਉਂ ਜ਼ਰੂਰੀ ਹੈ ਬੰਦੇ ਵਾਸਤੇ? ਇੱਕ ਤੇ ਧਰਮ ਦੇ ਦੋ ਹਿੱਸੇ ਨੇ, ਇੱਕ ਇਤਿਹਾਸ, ਇੱਕ ਗੁਰਬਾਣੀ। ਗੁਰਬਾਣੀ ਤੇ ਹੈ ਬੀਜ, ਵਰਤਮਾਨ ਵਿੱਚ ਵਰਤੀ, ਪਿਛੋਕੜ ਵਿੱਚ ਵੀ ਵਰਤੀ, ਪਰ ਇਤਿਹਾਸ ਵਿੱਚ, ਤਵਾਰੀਖ ਦੇ ਵਿੱਚ ਪਿੱਛੇ ਜਾ ਕੇ ਵੇਖਿਆ ਜਾਂਦਾ ਕਿਹੜੇ ਲੋਕਾਂ ਨੇ ਕੀ ਬੀਜਿਆ ਸੀ ਤੇ ਉਹਨਾਂ ਨੂੰ ਫਲ ਕੀ ਪ੍ਰਾਪਤ ਹੋਇਆ, ਪ੍ਰਾਪਤੀ ਕੀ ਹੋਈ। ਉੱਥੇ ਜਦੋਂ ਆਪਾਂ ਗੁਰਬਾਣੀ ਵਿੱਚ ਸੁਣਾਂਗੇ ਤੇ ਉੱਥੇ ਇਹ ਸ਼ਬਦ ਆਉਣਗੇ, ਸਹਿਬ ਕਹਿੰਦੇ ਕੂੜ ਨਿਖੁੱਟੇ ਨਾਨਕਾ, ਓੜਕ ਸੱਚ ਰਹੀ। ਨਿਖੁੱਟੇ ਦਾ ਅਰਥ ਖੋਟਾ ਹੋ ਜਾਂਦਾ ਹੈ। ਝੂਠ ਨੂੰ ਜਿੰਨਾ ਮਰਜ਼ੀ ਕਮਾਓ, ਝੂਠ ਦੀਆਂ ਜਿੰਨੀ ਮਰਜ਼ੀ ਪੰਡਾ ਬੰਨੋ ਤੇ ਹੁੰਦੀਆਂ ਪੰਡਾ ਨੇ ਝੂਠ ਦੀਆਂ, ਸੱਚ ਦੀਆਂ ਪੰਡਾ ਨਹੀਂ ਹੁੰਦੀਆਂ। ਸਾਧ ਸੰਗਤ, ਹੀਰਾ ਜਿਹੜਾ ਹੈ ਉਹ ਜੇਬ ਦੇ ਵਿੱਚ ਟਿਕਿਆ ਰਹਿੰਦਾ ਹੈ। ਉਸ ਜੇਬ ਦੇ ਵਿੱਚ ਪਏ ਹੋਏ ਹੀਰੇ ਦੇ ਨਾਲ ਲੱਖਾਂ ਏਕੜ ਬੰਦਾ ਜ਼ਮੀਨ ਖਰੀਦ ਸਕਦਾ, ਮਿੱਟੀ ਖਰੀਦ ਸਕਦਾ, ਪਰ ਜੇ ਇੱਕ ਚੂੰਡੀ ਮਿੱਟੀ ਦੀ, ਉਹਦੇ ਨਾਲ ਹੀਰਾ ਨਹੀਂ ਖਰੀਦਿਆ ਜਾ ਸਕਦਾ। ਝੂਠ ਕੀ ਹੈ? ਝੂਠ ਦੀਆਂ ਪੰਡਾਂ ਹੁੰਦੀਆਂ ਨੇ, ਉਹ ਜ਼ਿਆਦਾ ਹੁੰਦਾ ਹੈ, ਕਿਉਂਕਿ ਇੱਕ ਝੂਠ ਬੋਲੀਦਾ ਹੈ, ਉਹਨੂੰ ਢੱਕਣ ਵਾਸਤੇ ਦੂਜਾ ਝੂਠ ਚਾਹੀਦਾ, ਨਹੀਂ ਤਾਂ ਉਹ ਪ੍ਰਗਟ ਹੁੰਦਾ। ਫਿਰ ਦੋ ਹੋ ਗਏ, ਫਿਰ ਅਗਲੇ ਦਿਨ ਦੋ ਝੂਠਾਂ ਨੂੰ ਢੱਕਣ ਵਾਸਤੇ ਦੋ ਹੋਰ ਬੋਲਣੇ ਪੈਂਦੇ ਨੇ, ਚਾਰ ਹੋ ਗਏ, ਫਿਰ ਚਾਰ ਨੂੰ ਢੱਕਣ ਵਾਸਤੇ 8 ਬੋਲਣੇ ਪੈਣਗੇ। ਇਸ ਤਰ੍ਹਾਂ ਇਹ ਖਜ਼ਾਨਾ ਇੰਨਾ ਵੱਧਦਾ ਹੈ ਕਿ ਫਿਰ ਚੰਗਾ ਮਾਲਦਾਰ ਹੋ ਜਾਂਦਾ ਆਦਮੀ, ਚੰਗਾ ਪੂੰਜੀਦਾਰ, ਅਮੀਰ ਹੋ ਜਾਂਦਾ ਝੂਠ ਦੇ ਮਾਮਲੇ ਵਿੱਚ। ਫਿਰ ਉਹਨੂੰ ਝੂਠ ਬੋਲਣਾ ਨਹੀਂ ਪੈਂਦਾ, ਉਹ ਝੂਠ ਦਾ ਸ਼ਾਹੂਕਾਰ ਹੋ ਜਾਂਦਾ ਹੈ। ਉਹਦੇ ਕੋਲ ਅੰਬਾਰ ਲੱਗੇ ਪਏ ਨੇ, ਜਿੰਨਾ ਮਰਜ਼ੀ ਖਰੀਦੋ, ਜਿੰਨਾ ਮਰਜ਼ੀ ਲਵੋ, ਪਰ ਸੱਚ ਦੀਆਂ ਪੰਡਾਂ ਨਹੀਂ ਵੱਜਦੀਆਂ। ਤਾਂ ਇੱਕੋ ਹੀ ਹੈ ਬਸ, ਸੱਚ ਇੱਕ ਹੈ, ਉਹਨੂੰ ਵੱਧਦਾ ਕਿਉਂ ਨਹੀਂ, ਵੱਡਾ ਕਿਉਂ ਨਹੀਂ ਹੁੰਦਾ? ਇੱਕ ਪੱਖ ਤੋਂ ਤੇ ਵੱਧਦਾ ਹੈ, ਉਹ ਇੰਨਾ ਵੱਧਦਾ ਹੈ ਜਿਵੇਂ ਇੱਕ ਦੀਵੇ ਤੋਂ ਦੂਜਾ ਦੀਵਾ ਜਗਿਆ ਤੇ ਲੋ ਡਬਲ ਹੋ ਗਈ, ਉਹਦੇ ਤੋਂ ਅੱਗੇ ਬਲਦੇ ਗਏ, ਜਿਉਂ-ਜਿਉਂ ਦੀਵੇ ਬਲੇ ਤਿਉਂ-ਤਿਉਂ ਚਾਨਣ ਵਿੱਚ ਵਾਧਾ ਹੋ ਗਿਆ। ਸਾਧ ਸੰਗਤ, ਸੱਚ ਦੇ ਵਧਣ ਦਾ ਤਰੀਕਾ ਹੋਰ ਹੈ, ਝੂਠ ਦੇ ਵਧਣ ਦਾ ਤਰੀਕਾ ਹੋਰ ਹੈ। ਇਸ ਕਰਕੇ ਕਹਿੰਦੇ ਕੂੜ ਨਿਖੁੱਟੇ ਨਾਨਕਾ। ਜਿੱਥੇ ਅਸੀਂ ਅਟਕ ਗਏ ਹਾਂ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਾਰੀ ਬਾਣੀ ਦਾ ਜ਼ੋਰ ਇਹਦੇ ਉੱਤੇ ਖੜਾ ਹੈ। ਜਿੱਥੇ ਅਸੀਂ ਅਟਕ ਗਏ, ਜਿਸ ਥਾਂ ਤੇ ਅਸੀਂ ਰੁਕ ਗਏ, ਇਸ ਥਾਂ ਤੋਂ ਕੋਈ ਅੱਜ ਤੱਕ
ਤ੍ਰਿਪਤ ਨਹੀਂ ਹੋਇਆ, ਕਿਸੇ ਨੂੰ ਰਜੇਵਾਂ ਨਹੀਂ ਨਸੀਬ ਹੋਇਆ, ਕੋਈ ਵੀ ਇਹਦੇ ਵਿੱਚ ਭਤੀਜਿਆ ਨਹੀਂ, ਤਾਂ ਸਤਿਗੁਰਾਂ ਦੇ ਉਪਦੇਸ਼ ਇੱਕ ਰਾਹ 'ਤੇ ਚਲਾਉਣ ਵਾਸਤੇ ਸਾਨੂੰ ਕਾਫੀ ਵੱਡੀ ਮਦਦ ਦੇ ਸਕਦੇ ਨੇ। ਕਿਹੜੀ ਥਾਂ, ਗਲਤ ਥਾਂ 'ਤੇ ਅਸੀਂ ਰੁਕ ਗਏ, ਸੰਸਾਰ ਦੇ ਕਿਹੜੇ ਮੋੜ 'ਤੇ ਜੀਵਨ ਗੁਜ਼ਾਰੀ ਜਾ ਰਹੇ ਹਾਂ, ਉੱਥੇ ਜੀਵਨ ਗੁਜ਼ਰਦਾ ਜਾ ਰਿਹਾ, ਰੁਕੇ ਹੋਏ ਹਾਂ। ਤਾਂ ਸਤਿਗੁਰੂ ਨੇ ਕਿਹਾ ਓੜਕ ਸੱਚ ਰਹੀ, ਉਹ ਖਜ਼ਾਨਾ ਫਿਰ ਤੋੜ ਨਿਭਦਾ, ਸਿਰੇ ਤੱਕ ਜਾਂਦਾ ਹੈ। ਅਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਮਨ ਦੀ ਇੱਕ ਇਸ ਧਾਰੀ ਇੱਛਾ ਦਾ ਇੱਕ ਸਰੂਪ ਬਿਆਨ ਕਰ ਰਹੇ ਨੇ। ਕਹਿੰਦੇ ਬੰਦਾ ਯਤਨ ਵਿੱਚ ਰਹਿੰਦਾ, ਸੁੱਖ ਦੇ ਵਿੱਚ, ਸੁੱਖ ਦਾ ਯਤਨ ਕਰਦਾ ਵੀ ਸੁੱਖ ਆ ਜਾਏ, ਪਰ ਦੁੱਖ ਨੂੰ ਹਟਾਉਣ ਦਾ ਯਤਨ ਨਹੀਂ ਕਰਦਾ, ਦੁੱਖ ਨਾ ਹਟੇ। ਦੁੱਖ ਕਿਵੇਂ ਜਾਏ ਜੀਵਨ ਵਿੱਚੋਂ? ਜਿੱਥੇ ਸੁੱਖ ਆਉਂਦਾ ਹੈ ਉੱਥੇ ਦੁੱਖ ਵੀ ਆ ਜਾਂਦਾ, ਪਤਾ ਨਹੀਂ ਲੱਗਦਾ, ਸੁੱਖ ਦੁੱਖ ਵਿੱਚ ਤਬਦੀਲ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਇਹ ਕਹਾਣੀ ਕਹਿ ਰਹੇ ਨੇ। ਤਾਂ ਸਤਿਗੁਰੂ ਨੇ ਕਿਹਾ ਇਸ ਯਤਨ ਦਾ ਮੂੰਹ ਮੋੜ ਦੇ, ਜਿਹੜਾ ਯਤਨ ਤੂੰ ਸੁੱਖ ਨੂੰ ਪ੍ਰਾਪਤ ਵਿੱਚ ਕਰਨ ਵਿੱਚ ਲਾ ਕੇ ਤੁਰਿਆ, ਉਹ ਯਤਨ ਕਰ ਰੱਬ ਦੇ ਪਿਆਰ ਵਿੱਚ ਜਿਉਣ ਦਾ, ਸੁੱਖ ਤੈਨੂੰ ਘੇਰ ਲੈਣਗੇ ਚੌਵਾਂ ਪਾਸੇ। ਮੰਗਣੇ ਨਹੀਂ ਪੈਂਦੇ, ਕੁਝ ਮੰਗਣਾ ਨਹੀਂ ਪੈਂਦਾ, ਉਹ ਭੱਜ ਕੇ ਤੇਰੇ ਦਰਵਾਜ਼ੇ ਖੜਕਾਉਣਗੇ। ਆ ਇੱਕ ਸ਼ਬਦ ਅਰਦਾਸ ਵਿੱਚ ਰੋਜ਼ ਕਹੀਦਾ ਹੈ, ਹਰ ਇੱਕ ਬੰਦੇ ਦੀ ਤਕਰੀਬਨ ਇੱਛਾ ਹੈ ਕਿ 9 ਨਿਧੀਆਂ ਮੇਰੇ ਕੋਲ ਹੁਣ, ਖਜ਼ਾਨੇ ਦਾ ਮਾਲਕ ਬਣ ਜਾਵਾਂ। ਚਲੋ ਰੱਬ ਦੇ ਨਾਮ ਦੇ ਖਜ਼ਾਨੇ ਦੇ ਵਪਾਰੀ ਤਾਂ ਵਿਰਲੇ ਨੇ, ਪਰ ਇੱਕ ਗੱਲ ਜ਼ਰੂਰ, ਸੰਸਾਰੀ ਖਜ਼ਾਨੇ ਦਾ ਤੇ ਹਰ ਇੱਕ ਮਨੁੱਖ ਮਾਲਕ ਬਣਨਾ ਚਾਹੁੰਦਾ। ਕੀ ਸੰਸਾਰੀ ਤੇ ਕੀ ਧਰਮੀ, ਦੋਵੇਂ ਚਾਹੁੰਦੇ ਨੇ। ਜੇ ਮੁਤਾਲਿਆ ਕੀਤਾ ਜਾਏ ਤੇ 95% ਧਰਮ ਵੀ ਧਨ ਵਾਸਤੇ ਹੀ ਬੰਦਾ ਕਮਾਉਂਦਾ, ਛੋਟੀ ਪੱਧਰ 'ਤੇ ਕੀ ਵੱਡੀ 'ਤੇ ਕੀ, ਜਪ ਤਪ ਇਸੇ ਵਾਸਤੇ ਨੇ। ਕਈ ਕੁਝ ਆਦਮੀ ਕਰਦਾ ਹੈ, ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ, ਜਿਨ੍ਹਾਂ ਦੀ ਬਾਣੀ ਦੀ ਵਿਆਖਿਆ ਤੁਸੀਂ ਸਰਵਣ ਕਰ ਰਹੇ, ਉਹਨਾਂ ਬਾਰੇ ਇੱਕ ਬਚਨ ਕਹਿੰਦੇ ਨੇ ਕਿ ਜਿਹੜਾ ਮਨੁੱਖ ਗੁਰੂ ਤੇਗ ਬਹਾਦਰ ਸਾਹਿਬ ਦਾ ਸਿਮਰਨ ਕਰੇਗਾ, ਜਿਹੜਾ ਮਨੁੱਖ ਉਹਨਾਂ ਦਾ ਸਿਮਰਨ ਕਰੇਗਾ, ਕਹਿਣ ਲੱਗੇ ਉਹ ਭਾਵੇਂ ਨਾਮ ਹੀ ਚਾਹੇ ਕਿ ਮੇਰੇ ਘਰ ਵਿੱਚ ਧਨ ਆਵੇ, 9 ਨਿਧੀਆਂ ਆਉਣ। ਧਨ ਕਹਿੰਦੇ ਨੇ ਧੱਕੇ ਨਾਲ ਉਹਦੇ ਘਰ ਵਿੱਚ ਵੜੇਗਾ, ਧਾ ਕੇ ਦੌੜ ਕੇ 9 ਨਿਧੀਆਂ ਉਹਦੇ ਘਰ ਵਿੱਚ ਆਉਣਗੀਆਂ। ਹੁਣ ਇੱਥੇ ਖਿਆਲ ਕਰਨਾ, ਇਹ ਤੁਕ ਆਪ ਜੀ ਨੂੰ ਯਾਦ ਹੋਵੇਗੀ ਕਿ ਤੇਗ ਬਹਾਦਰ ਸਿਮਰਿਆ, ਘਰ 9 ਨਿਧ ਆਵੈ ਧਾਏ। 9 ਨਿਧੀਆਂ ਦਾ ਇੱਥੇ ਮਤਲਬ ਕੀ? ਗੁਰਬਾਣੀ ਵਿੱਚ 9 ਨਿਧੀਆਂ ਕਿਹਨੂੰ ਕਿਹਾ ਹੈ? ਠੀਕ ਹੈ, 9 ਨਿਧੀਆਂ ਸੰਸਾਰ ਦਾ ਧਨ ਵੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਗੁਰਬਾਣੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ 9 ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸ਼ਰਾਮ। ਇਹਦਾ ਮਤਲਬ ਜਿਹੜਾ ਬੰਦਾ ਅੰਦਰੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਦਾ ਹੈ, ਉਹਦੇ ਕੋਲ ਸੰਸਾਰ ਦਾ ਧਨ ਵੀ ਭੱਜ ਕੇ ਆਉਂਦਾ ਹੈ, ਤੇ ਉਹਦੇ ਕੋਲ ਨਿਰੰਕਾਰ ਦੇ ਨਾਮ ਦਾ ਧਨ ਵੀ ਦੌੜ ਕੇ ਆਉਂਦਾ ਹੈ, ਦੋਵੇਂ ਧਨ ਆਉਂਦੇ ਨੇ। ਫਿਰ ਇੱਕ ਹੋਰ ਬਚਨ ਕੀਤਾ, ਕਹਿਣ ਲੱਗੇ ਬੰਦੇ ਦਾ ਪਿਆਰ ਕਿਸੇ ਵੱਡੇ ਆਦਮੀ ਨਾਲ ਹੋਵੇ, ਉਹ ਇੱਕ ਥਾਂ ਤੇ ਮਦਦ ਕਰੇਗਾ, 2 ਥਾਂ ਤੇ, ਤੀਜੇ ਤੇ ਜਵਾਬ ਦੇ ਜਾਏਗਾ। ਜਿਨ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕੀਤਾ, ਕਹਿੰਦੇ ਸਭ ਥਾਈਂ ਹੋਏ ਸਹਾਏ, ਇੱਕ ਥਾਂ ਤੇ ਨਹੀਂ, 2 ਥਾਵਾਂ ਤੇ ਨਹੀਂ, 4 ਤੇ ਨਹੀਂ। ਹੁਣ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਿਵੇਂ ਕਰੀਏ? ਕਿਹੜਾ ਤਰੀਕਾ ਹੈ? ਕਿਵੇਂ ਕਰੀਏ ਯਾਦ? ਤਸਵੀਰ ਰੱਖ ਕੇ ਧੂਪ ਬੱਤੀ ਕਰੀਏ? ਕਿਵੇਂ ਕਰੀਏ? ਤਸਵੀਰ ਯਾਦਗਾਰ ਹੈ, ਕੋਈ ਸ਼ੱਕ ਨਹੀਂ, ਤਸਵੀਰਾਂ ਵੀ ਹਨ। ਜਿਹੜਾ ਵੀ ਮਨੁੱਖ ਹੈ ਉਹਦੀ ਇੱਕ ਤਸਵੀਰ ਬਣਦੀ, ਉਹਦੀ ਹੋਂਦ ਬਣਦੀ, ਤਸਵੀਰ ਵੀ ਹੈ। ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤਸਵੀਰ ਕਿਹੜੀ? ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤਸਵੀਰ ਹੈ 57 ਸ਼ਲੋਕ। ਜਿਨ੍ਹਾਂ ਨੇ ਪਿਆਰ ਨਾਲੇ ਸੁਣੇ, ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਅੰਦਰਲੇ ਹਿੱਸੇ ਦੇ ਦਰਸ਼ਨ ਕਰ ਲਏ। ਕਿਉਂਕਿ ਸ਼ਬਦ ਬੰਦੇ ਦਾ ਦਰਸ਼ਨ, ਇੱਕ ਸਰੀਰ ਦਰਸ਼ਨ ਹੈ, ਇੱਕ ਸ਼ਬਦ ਦਰਸ਼ਨ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਪਦੇਸ਼
ਇਹ ਉਹਨਾਂ ਨੂੰ ਯਾਦ ਕੀਤਿਆਂ ਅੰਦਰ ਪਰਪੱਕਤਾ ਆਉਂਦੀ ਹੈ, ਅੰਦਰ ਦ੍ਰਿੜਤਾ ਆਉਂਦੀ, ਇਰਾਦਾ ਆਉਂਦਾ ਹੈ। ਉਹਨਾਂ ਦੀ ਸ਼ਹਾਦਤ ਵੱਲ ਝਾਤੀ ਮਾਰ ਕੇ ਵੇਖੀਏ ਕਿੰਨੀ ਦ੍ਰਿੜਤਾ ਹੋਵੇਗੀ। ਬੰਦੇ ਨੇ ਕੋਈ ਧਰਮ ਦਾ ਕੰਮ ਕਰਨਾ ਹੋਵੇ ਤੇ ਆਪਾਂ ਹਰ ਰੋਜ਼ ਕਹਿੰਦੇ, ਤੁਸੀਂ ਕਦੀ ਵੇਖਣਾ ਆਦਮੀ ਨੇ ਗੁਰਦੁਆਰੇ ਵੀ ਜਾਣਾ ਹੋਵੇ ਜਾਂ ਕਿਸੇ ਗੁਰੂ ਅਸਥਾਨ ਦੇ ਦਰਸ਼ਨ ਕਰਨੇ ਹੋਣ ਤੇ ਤੁਸੀਂ ਆਮ ਵੇਖੋਗੇ ਬੰਦਾ ਆਪਣੀ ਡਾਇਰੀ ਵੱਲ ਝਾਤੀ ਮਾਰ ਕੇ ਵਹਿੰਦਾ ਹੈ ਕਿ ਕਿਹੜਾ ਦਿਨ ਖਾਲੀ ਨਿਕਲਦਾ ਹੈ। ਜੇ ਖਾਲੀ ਨਿਕਲੇ ਤੇ ਜਾਵਾਂਗੇ, ਕਰਾਂਗੇ। ਜਾਂ ਕੋਈ ਵੀ ਧਰਮ ਦਾ ਕਾਰਜ ਹੈ ਤੇ ਆਪਾਂ ਕਹਿੰਦੇ ਜਿੱਦਣ ਖਾਲੀ ਦਿਨ ਹੈ ਉਦਣ ਉਹ ਕੰਮ ਕਰ ਲਵਾਂਗੇ ਜਿਹੜਾ ਧਰਮ ਨਾਲ ਸੰਬੰਧ ਰੱਖਦਾ ਹੈ, ਜਿਹੜਾ ਗੁਰੂ ਨਾਲ ਸੰਬੰਧ ਰੱਖਦਾ। ਖਾਲੀ ਦਿਨਾਂ ਤੇ ਪਾਉਂਦੇ ਆ। ਪਰ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਵੱਲ ਵੇਖੋ। ਆਮ ਬੰਦਾ ਕਹਿੰਦਾ ਇਹ ਆਦਮੀ ਕੁਰਬਾਨੀ ਕਰੇਗਾ, ਚਲੋ ਇਹਦਾ ਘਰੋਂ ਸਰਦਾ ਹੈ, ਚਲੋ ਇਹਨਾਂ ਨੂੰ ਤੋਰ ਦਿਓ ਕੁਰਬਾਨੀ ਕਰਨ ਵਾਸਤੇ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਵੱਲ ਵੇਖੀਏ ਤੇ ਪੁੱਤਰ ਹੈ 9 ਸਾਲ ਦਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ 9 ਸਾਲ ਦੀ ਉਮਰ ਤੇ ਕਿੰਨੇ ਸਮੇਂ ਬਾਅਦ ਜਨਮ ਲਿਆ ਹੈ ਪੁੱਤਰ ਨੇ। ਔਰ ਇਹ ਵੀ ਹੈਰਾਨੀ ਦੀ ਗੱਲ, ਗੁਰੂ ਗੋਬਿੰਦ ਸਿੰਘ ਜੀ ਦਾ ਜਦੋਂ ਜਨਮ ਹੋਇਆ ਪਟਨਾ ਸਾਹਿਬ ਵਿੱਚ, ਗੁਰੂ ਤੇਗ ਬਹਾਦਰ ਸਾਹਿਬ ਉੱਥੇ ਨਹੀਂ ਸਨ। ਔਰ ਤਕਰੀਬਨ 27-28 ਸਾਲ ਬਾਅਦ ਘਰ ਵਿੱਚ ਪੁੱਤਰ ਨੇ ਜਨਮ ਲਿਆ ਸੀ। ਇੰਨਾ ਸਮਾਂ ਬੀਤ ਚੁੱਕਾ ਸੀ ਸ਼ਾਦੀ ਨੂੰ, ਇੰਨੇ ਚਿਰ ਬਾਅਦ ਜਨਮ ਲਿਆ। ਅਸਾਮ ਵਿੱਚ ਸਨ। ਇਤਿਹਾਸ ਦੇ ਪੰਨੇ ਇਹ ਜੋੜ ਤੋੜ ਲਾਉਂਦੇ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਆਪਣੇ ਸਾਹਿਬਜ਼ਾਦੇ ਦੇ ਦਰਸ਼ਨ ਕੀਤੇ ਜਾਂ ਦਰਸ਼ਨ ਦਿੱਤੇ, ਉਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਉਮਰ 6 ਸਾਲ ਹੋ ਚੁੱਕੀ ਸੀ। 6 ਸਾਲ ਕਿਹੜਾ ਜ਼ਰੂਰੀ ਕੰਮ ਸੀ ਜਿਹਦੇ ਵਾਸਤੇ ਪੁੱਤਰ ਦੇ ਜਨਮ ਹੋਣ ਤੋਂ 6 ਸਾਲ ਬਾਅਦ ਵੀ ਉਹਨਾਂ ਨੂੰ ਮਿਲ ਨਹੀਂ ਸਕੇ? ਕਿਹੜੇ ਕੰਮ ਵਿੱਚ ਪਏ ਸਨ? ਕੋਈ ਕੰਮ ਹੋਵੇਗਾ ਬਹੁਤ ਜ਼ਰੂਰੀ। ਉਹ ਧਰਮ ਦਾ ਕਾਰਜ ਸੀ, ਗੁਰੂ ਨਾਨਕ ਦਾ ਉਪਦੇਸ਼ ਸੰਸਾਰ ਨੂੰ ਦੇਣਾ ਸੀ। ਆਪਾਂ ਕਹਿੰਦੇ ਹਾਂ ਪਹਿਲਾ ਸੰਸਾਰ ਜਿਹੜਾ ਬਚੇਗਾ ਉਹ ਧਰਮ। ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਪਹਿਲਾਂ ਜੋ ਕੁਝ ਆਪ ਖਾ ਪੀ ਲਓ ਤੇ ਜਿਹੜਾ ਵਧਿਆ ਉਹ ਗੁਰਦੁਆਰੇ ਦੇ ਆਓ। ਇਹ ਹੈ ਅਸੀਂ ਜਦੋਂ ਗੁਰੂ ਨੂੰ ਧਰਮ ਨੂੰ ਪਿੱਛੇ ਕਰ ਦਿੰਦੇ ਹਾਂ, ਸੰਸਾਰ ਅੱਗੇ ਆ ਜਾਂਦਾ, ਇਸ ਕਰਕੇ ਉਹਦੇ ਵਿੱਚੋਂ ਫਲ ਪ੍ਰਾਪਤ ਨਹੀਂ ਹੁੰਦਾ। ਮੈਂ ਬੇਨਤੀ ਜਿਹੜੀ ਤੁਹਾਡੇ ਚਰਨਾਂ ਵਿੱਚ ਕਰ ਰਿਹਾ ਸੀ, ਗੁਰੂ ਤੇਗ ਬਹਾਦਰ ਦਾ ਸਿਮਰਨ ਕੀ ਹੈ? ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਨਾ, ਉਹਨਾਂ ਵੱਲੋਂ ਦਿੱਤੇ ਹੋਏ ਉਪਦੇਸ਼ ਨੂੰ ਯਾਦ ਕਰਨਾ। ਬੜਾ ਸੋਹਣੇ ਉਪਦੇਸ਼ ਉਹਨਾਂ ਨੇ, ਇਹ ਹੀ ਉਹਨਾਂ ਨੂੰ ਸਿਮਰਨ ਕਰਦਾ। ਤੇ ਜਿਨ੍ਹਾਂ ਨੇ ਉਹਨਾਂ ਦਾ ਸਿਮਰਨ ਕੀਤਾ, ਘਰ ਨੌ ਨਿਧ ਆਵੈ ਧਾਏ, ਸਭ ਥਾਈਂ ਹੋਏ ਸਹਾਏ। ਸਾਰੇ ਥਾਵਾਂ ਤੇ ਸਹਾਇਤਾ ਨੇ। ਇੱਕ ਮੈਂ ਉਹਨਾਂ ਦਾ ਛੋਟਾ ਜਿਹਾ ਉਪਦੇਸ਼ ਤੁਹਾਡੇ ਨਾਲ ਕੁਝ ਮਿੰਟਾਂ ਵਿੱਚ ਸਾਂਝਾ ਕਰਾਂ। ਉਪਦੇਸ਼ ਬਖਸ਼ਿਸ਼ ਕੀਤਾ, ਬੜਾ ਪਿਆਰਾ ਉਪਦੇਸ਼ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਾਰੀ ਬਾਣੀ ਵਿੱਚ ਵਿਰਾਗ ਹੈ। ਸਾਰੀ ਬਾਣੀ ਪੜ੍ਹੋ, ਉਹਦੇ ਵਿੱਚ ਕਿਹਾ ਸੰਸਾਰ ਮਿੱਟੀ, ਪਰਿਵਾਰ ਵੀ ਮਿੱਟੀ ਹੈ, ਤੂੰ ਆਪ ਮਿੱਟੀ ਹੈ ਖੁਦ, ਕੁਝ ਨਹੀਂ ਹੈ ਇੱਥੇ, ਪਾਣੀ ਦਾ ਬੁਲਬੁਲਾ, ਮਿਟ ਗਿਆ ਸਾਰਾ ਕੁਝ, ਚਲੇ ਗਏ ਲੋਕ। ਤੇ ਇਸ ਵਿਚਾਰਾਂ ਦੇ ਹੁੰਦਿਆਂ ਉਹਨਾਂ ਨੇ ਇੱਕ ਨਗਰ ਦੀ ਆਰੰਭਤਾ ਕੀਤੀ, ਆਨੰਦਪੁਰ ਸਾਹਿਬ, ਜਿਸ ਦਾ ਨਾਮ ਪਹਿਲਾ ਨਾਮ ਸੀ ਮਾਖੋਵਾਲ। ਮਾਖੋਵਾਲ ਖਰੀਦਿਆ ਗੁਰੂ ਤੇਗ ਬਹਾਦਰ ਸਾਹਿਬ ਨੇ। ਇੱਥੇ ਮਾਖੋ ਦੈਂਤ ਦਾ ਇਹ ਇਲਾਕਾ ਸੀ, ਉਹਦੇ ਨਾਮ ਤੇ ਇਹ ਨਗਰ ਵਸਾਇਆ ਗਿਆ ਸੀ। ਮਾਖੋ ਦੈਂਤ ਦੇ ਥਾਂ ਤੇ ਇਹ ਨਗਰ ਵਸਾਇਆ। ਫਿਰ ਇਹਦਾ ਨਾਮ ਰੱਖਿਆ ਚੱਕ ਨਾਨਕੀ। ਮਾਤਾ ਨਾਨਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਦੇ ਨਾਮ। ਬਾਅਦ ਵਿੱਚ ਜਦੋਂ ਇਹ ਨਗਰ ਤਿਆਰ ਹੋ ਗਿਆ ਜਾਂ ਆਰੰਭਤਾ ਹੋਣ ਲੱਗੀ ਜਾਂ ਕਿਸੇ ਵੀ ਵਕਤ ਗੁਰੂ ਤੇਗ ਬਹਾਦਰ ਸਾਹਿਬ ਨੇ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਕਰਾਇਆ ਤੇ ਇਹਦਾ ਨਾਮ ਰੱਖ ਦਿੱਤਾ ਆਨੰਦਪੁਰ ਸਾਹਿਬ। ਕਿਉਂਕਿ ਇਹ ਸਿੱਖ ਧਰਮ ਦੀ ਉਹ ਥਾਂ ਆ ਚੁੱਕੀ ਸੀ ਜਿੱਥੇ ਸਿੱਖ ਧਰਮ ਨੂੰ ਅਖੀਰਲਾ ਸਰੂਪ ਦਿੱਤਾ ਜਾਣਾ ਸੀ। ਤੇ ਅਖੀਰਲੀ ਦਸ਼ਾ ਆਨੰਦ ਹੈ ਬੰਦੇ ਦੀ, ਉਹਦੇ ਤੋਂ ਪਹਿਲਾਂ ਉਹ ਸੰਪੂਰਨ ਨਹੀਂ ਹੈ, ਪੂਰਾ ਨਹੀਂ ਹੈ। ਜਿੰਨਾ ਚਿਰ ਆਨੰਦ ਤੱਕ ਨਹੀਂ ਜਾਂਦਾ, ਆਨੰਦ ਐਂਡ ਹੈ ਜ਼ਿੰਦਗੀ ਦਾ, ਸੰਪੂਰਨਤਾ ਧਰਮ ਦੀ।
ਜਿੰਨਾ ਚਿਰ ਆਨੰਦ ਦੀ ਪ੍ਰਾਪਤੀ ਨਹੀਂ ਧਰਮੀ ਬੰਦਾ ਅੱਧ ਵਿੱਚ ਹੈ। ਉਹਨੂੰ ਸਮਝ ਲੈਣਾ ਚਾਹੀਦਾ ਆਨੰਦ ਮੈਨੂੰ ਨਹੀਂ ਮਿਲਿਆ, ਮੈਂ ਅਜੇ ਰਾਹ ਵਿੱਚ ਹੀ ਖੜਾ, ਅਜੇ ਦੁਬਦਾ ਹੈ ਮਨ ਵਿੱਚ, ਅਜੇ ਹੋਰ ਕਈ ਪ੍ਰਕਾਰ ਦੇ ਭੈ ਆਦਿਕ ਨੇ, ਤ੍ਰਿਸ਼ਨਾ ਹੈ। ਇਹਦਾ ਜਦੋਂ ਨੀਂਹ ਪੱਥਰ ਰੱਖਿਆ, ਉਸਾਰੀ ਚੱਲਦੀ ਸੀ, ਉੱਥੋਂ ਇੱਕ ਫਕੀਰ ਲੰਘਦਾ ਹੈ। ਸ਼ਾਮ ਦਾ ਵਕਤ ਸੀ। ਜਦੋਂ ਲੰਘਿਆ ਗਲੀਆਂ ਵਿੱਚੋਂ ਮਿਸਤਰੀ ਲੱਗੇ ਹੋਏ ਨੇ, ਇੱਟਾਂ ਖੜਕਦੀਆਂ ਨੇ, ਮਕਾਨ ਪਾਏ ਜਾ ਰਹੇ ਨੇ। ਫਕੀਰ ਤੁਹਾਨੂੰ ਪਤਾ ਹੈ ਸੰਸਾਰ ਛੱਡ ਚੁੱਕਾ ਸੀ, ਸੰਨਿਆਸੀ ਸੀ। ਉਹਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸੁਣੀ ਸੀ ਕਿ ਜਗ ਰਚਨਾ ਸਭ ਝੂਠ ਹੈ, ਜਾਣ ਲਿਹੋ ਰੇ ਮੀਤ, ਕਹਿ ਨਾਨਕ ਥਿਰ ਨਾ ਰਹਿ ਜਿਉ ਬਾਲੂ ਕੀ ਭੀਤ। ਸੋਚਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹੋਰ ਨੇ, ਕਰਦੇ ਹੋਰ ਨੇ। ਕਿਆ ਤੇ ਹੈ ਜਗਤ ਝੂਠਾ ਹੈ, ਤੇ ਬਣਵਾਈ ਜਾਂਦੇ ਨੇ ਕੰਧਾਂ। ਇਹ ਕਿਉਂ? ਕਿਉਂਕਿ ਸਾਧ ਸੰਗਤ ਜੀਵਨ ਇੰਨਾ ਵਿਸ਼ਾਲ ਹੈ, ਜੀਵਨ ਦੇ ਇੱਕ ਹਿੱਸੇ ਨੂੰ ਅਸੀਂ ਇਸ ਸਾਲ ਸਮਝਦੇ ਹਾਂ, ਅਗਲੇ ਸਾਲ ਅਸੀਂ ਖੁਦ ਹੀ ਕਵਾਂਗੇ ਉਹ ਮੇਰੀ ਜਾਣਕਾਰੀ ਗਲਤ ਸੀ। ਇਹ ਨਹੀਂ ਵੀ ਉਹ ਸੰਨਿਆਸੀ ਗਲਤ ਕਹਿ ਰਿਹਾ ਸੀ, ਉਹਦੀ ਰੇਂਜ ਹੀ ਹੋਣੀ ਸੀ, ਉਹਦੀ ਪਹੁੰਚ ਹੀ ਹੋਣੀ ਸੀ। ਮੇਰੀ ਆਪਣੀ ਜ਼ਿੰਦਗੀ ਦਾ ਤਜਰਬਾ ਹੈ ਕਿ ਜਿਹੜੇ ਗਿਆਨ, ਜਿਹੜੇ ਵਿਚਾਰ, ਜਿਹੜੇ ਤਜਰਬੇ ਅੱਜ ਤੋਂ 5 ਸਾਲ ਪਹਿਲਾਂ ਸਨ, ਉਹ ਬਿਲਕੁਲ ਮੂਰਖਤਾ ਭਰੇ ਸਨ। ਅੱਜ ਉਹ ਛੋਟੇ ਰਹਿ ਗਏ, ਉਹ ਕੰਮ ਨਹੀਂ ਦਿੰਦੇ ਅੱਜ, ਪਰ ਉਦੋਂ ਉਹ ਠੀਕ ਸਨ। ਉਸ ਵੇਲੇ ਉਹ ਕੰਮ ਦੇਣ ਵਾਲੇ ਸਨ, ਉਹ ਕਿਸੇ ਦੇ ਕੰਮ ਆ ਸਕਦੇ ਨੇ, ਹੋਰ ਕਿਸੇ ਦੇ। ਇਹਨੇ ਸਾਧ ਸੰਗਤ ਜਦੋਂ ਵੇਖਿਆ ਵੀ ਇੱਕ ਪਾਸੇ ਤਾਂ ਕਹਿੰਦੇ ਮਾਇਆ ਨਹੀਂ ਚਾਹੀਦੀ, ਕੁਝ ਨਹੀਂ ਚਾਹੀਦਾ, ਇੱਕ ਪਾਸੇ ਬਣਵਾ ਰਹੇ ਨੇ। ਗੁਰੂ ਤੇਗ ਬਹਾਦਰ ਸਾਹਿਬ ਕੋਲ ਗਿਣਤੀਆਂ ਗਿਣਦਾ ਹੋਇਆ ਚਲਾ ਗਿਆ। ਕਹਿੰਦੇ ਇੱਕ ਗੱਲ ਦਾ ਜਵਾਬ ਦਿਓ, ਸੰਸਾਰ ਸੱਚ ਹੈ ਕਿ ਝੂਠ ਹੈ? ਹਜ਼ੂਰ ਨੇ ਕਿਹਾ ਸੰਸਾਰ ਝੂਠ ਹੈ, ਪਰ ਇਸ ਝੂਠੇ ਸੰਸਾਰ ਦੇ ਵਿੱਚੋਂ ਸੱਚ ਦੀ ਖੋਜ ਕੀਤੀ ਜਾ ਸਕਦੀ ਹੈ, ਹੋਰ ਕੋਈ ਥਾਂ ਨਹੀਂ ਹੈ। ਇਹਦੇ ਵਿੱਚੋਂ ਹੀ ਤੇ ਲੱਭਿਆ ਜਾ ਸਕਦਾ ਸੱਚ ਨੂੰ। ਸੱਚ ਦੀ ਪਹਿਚਾਣ ਵੀ ਤੇ ਤਾਂ ਹੋਵੇਗੀ ਉਹਦਾ ਕੋਈ ਵਿਰੋਧੀ ਹੋਵੇਗਾ, ਤੇ ਜੇ ਉਹਦਾ ਵਿਰੋਧੀ ਨਹੀਂ ਤੇ ਪਹਿਚਾਣ ਕਿਵੇਂ ਆਵੇਗੀ? ਸਫੈਦ ਕਾਗਜ਼ ਦੇ ਉੱਤੇ ਸਫੈਦ ਪੈਨ ਨਾਲ ਲਿਖੋ, ਅੱਖਰ ਕਿਵੇਂ ਪੜ੍ਹੇ ਜਾਣਗੇ? ਕਾਗਜ਼ ਵੀ ਸਫੈਦ ਤੇ ਅੱਖਰ ਵੀ ਸਫੈਦ, ਕਿਵੇਂ ਪੜ੍ਹੋਗੇ ਉਹਨੂੰ? ਉਹਦਾ ਵਿਰੋਧੀ ਕਾਗਜ਼ ਚਾਹੀਦਾ, ਵਿਰੋਧੀ ਰੰਗ ਚਾਹੀਦਾ, ਕਾਲਾ ਚਾਹੀਦਾ ਹੈ, ਤਾਂ ਚਿੱਟੇ ਅੱਖਰ ਪੜ੍ਹੇ ਜਾਣਗੇ। ਜੇ ਕਾਲੇ ਰੰਗ ਦਾ ਕਾਗਜ਼ ਹੈ ਤੇ ਜੇ ਕਾਲੇ ਪੈਨ ਨਾਲ ਲਿਖੋ, ਉੱਥੇ ਉਹ ਨਹੀਂ ਪੜ੍ਹਿਆ ਜਾਏਗਾ, ਸਫੈਦ ਚਾਹੀਦਾ। ਮਾਇਆ ਕੀ ਹੈ? ਸੱਚ ਦਾ ਵਿਰੋਧੀ ਤੱਤ ਹੈ। ਸੱਚ ਦੀ ਪਹਿਚਾਣ ਹੀ ਨਹੀਂ ਉਹਨਾਂ ਚਿਰ ਆਉਂਦੀ ਜਿੰਨਾ ਚਿਰ ਨਾਲ ਝੂਠ ਨਹੀਂ ਖੜਾ ਹੈ, ਉਹਨਾਂ ਚਿਰ ਪਤਾ ਨਹੀਂ ਲੱਗੇਗਾ। ਉਹਨੇ ਫਿਰ ਵੀ ਕਿਹਾ ਨਹੀਂ, ਇਹ ਦਲੀਲ ਮੈਨੂੰ ਫੱਬਦੀ ਨਹੀਂ, ਹੋਰ ਜਵਾਬ ਦਿਓ। ਹਜ਼ੂਰ ਨੇ ਕਿਹਾ ਕੋਈ ਗੱਲ ਨਹੀਂ, ਸ਼ਾਮ ਦਾ ਵਕਤ ਹੋ ਚੁੱਕਾ, ਤੁਸੀਂ ਰਾਤ ਰਹਿਣਾ। ਕਿਉਂਕਿ ਗੁਰੂ ਕੋਲ ਕਈ ਤਰੀਕੇ ਨੇ ਬੰਦੇ ਨੂੰ ਸਮਝਾਉਣ ਦੇ, ਜ਼ਰੂਰੀ ਨਹੀਂ ਸ਼ਬਦਾਂ ਨਾਲ ਸਮਝਾਉਣਾ। ਇੱਕ ਤਰੀਕਾ ਵਰਤਿਆ, ਕਹਿੰਦੇ ਚਲੇ ਜਾਓ, ਆਰਾਮ ਕਰੋ। ਪਹਿਲੀ ਗੱਲ ਤੇ ਰਾਤ ਕਮਰਾ ਮਿਲਿਆ, ਭੋਜਨ ਮਿਲਿਆ, ਕੋਈ ਤੇ ਸ਼ੰਕਾ ਹੱਲ ਹੋ ਗਿਆ ਕਿ ਇੱਥੇ ਰਹਿਣ ਵਾਸਤੇ ਬਣਾਇਆ ਜਾ ਰਿਹਾ। ਉੱਥੇ ਰਾਤ ਲੇਟਦਿਆਂ ਸਾਰ ਧਿਆਨ ਵਿੱਚ ਗਿਆ ਜਾਂ ਨੀਂਦ ਵਿੱਚ ਗਿਆ ਤਾਂ ਕੀ ਦੇਖਦਾ ਹੈ? ਇੱਕ ਜੰਗਲੀ ਜਾਨਵਰ ਹੈ ਸ਼ੇਰ। ਇਹ ਸੁਪਨਿਆਂ ਦੀ ਦੁਨੀਆ। ਹੁਣ ਇਸ ਤੋਂ ਅੱਗੇ ਮੈਂ ਜੋ ਕੁਝ ਕਹਾਂਗਾ ਉਹਦੇ ਉਦਾਹਰਨ ਕੋਈ ਨਹੀਂ ਹਨ। ਵੈਸੇ ਸੱਚ ਦੇ ਉਦਾਹਰਨ ਕੋਈ ਨਹੀਂ ਹੁੰਦੇ, ਖਿਆਲ ਰੱਖ। ਅਸੀਂ ਕਹਿੰਦੇ ਸਬੂਤ ਦਿਓ। ਮੈਂ ਬੇਨਤੀ ਕਰਾਂ, ਜਿਹੜੀ ਚੀਜ਼ ਦੇ ਸਬੂਤ ਦਿੱਤੇ ਜਾਣਗੇ ਉਹ ਚੀਜ਼ ਝੂਠ ਹੋ ਜਾਏਗੀ, ਉਹ ਸੱਚ ਨਹੀਂ ਰਹੇਗੀ। ਸੱਚ ਦਾ ਕੋਈ ਸਬੂਤ ਨਹੀਂ ਹੈ, ਉਹਨੂੰ ਸਿਰਫ ਮਾਣਿਆ ਹੀ ਜਾ ਸਕਦਾ ਹੈ, ਉਹਦੇ ਕੋਈ ਸਬੂਤ ਨਹੀਂ ਹਨ। ਉਹਨੂੰ ਵਾਪਸ ਆ ਕੇ ਦੱਸਿਆ ਨਹੀਂ ਜਾ ਸਕਦਾ। ਹਾਂ, ਉਸ ਬੰਦੇ ਦੇ ਸਿਗਨਲ, ਉਹਦੇ ਸਰੀਰ ਦਾ ਤੁਰਨਾ, ਉਹਦਾ ਵੇਖਣਾ, ਬੋਲਣਾ, ਉਹਦੇ ਸ਼ਬਦ ਥੋੜ੍ਹੀ ਥੋੜ੍ਹੀ ਖਬਰ ਦਿੰਦੇ ਵੀ ਇਹ ਕਿਸੇ ਹੋਰ ਦੁਨੀਆ ਵਿੱਚ ਚਲਾ ਗਿਆ। ਪੂਰੀ ਵਿਆਖਿਆ ਉੱਥੋਂ ਦੀ ਹੈ ਨਹੀਂ, ਪੂਰੀ ਵਿਆਖਿਆ ਕਿਸੇ ਨੇ ਕੀਤੀ ਨਹੀਂ। ਤਾਂ ਇਸ ਤੋਂ ਅੱਗੇ ਜੋ ਹੈ ਉਹਦੇ ਸਬੂਤ ਨਹੀਂ ਹਨ, ਉਹਦੇ ਉਦਾਹਰਨ ਨਹੀਂ ਹਨ ਵੀ ਕਿਵੇਂ ਹੋ ਸਕਦਾ, ਕੀ ਹੋ ਸਕਦਾ ਹੈ। ਉਹ ਵੇਖਣ ਨਾਲ ਹੀ ਪਤਾ ਲੱਗਦਾ ਹੈ। ਨਾਨਕ ਗਿਆ ਜਾਪੈ ਜਾਏ। ਜੇ ਕੋਈ ਜਾਏਗਾ ਤੇ ਦੇਖ ਲਏਗਾ, ਜਾਏਗਾ ਤੇ ਦੇਖ ਲਏਗਾ। ਇੱਕ ਫਕੀਰ ਕੋਲ ਕੋਈ ਤਰਕਵਾਦੀ ਆਦਮੀ ਚਲਾ ਗਿਆ, ਜੀ ਮੌਤ ਹੁੰਦੀ ਹੈ ਜੀ,
ਜਮਦੂਤ ਹੁੰਦੇ ਨੇ ਜੀ, ਧਰਮਰਾਜ ਹੁੰਦਾ ਹੈ। ਉਹਨਾਂ ਨੇ ਕਿਹਾ ਵੀ ਅਸੀਂ ਤੇ ਜੋ ਕੁਝ ਅੱਜ ਤੱਕ ਜਾਣਿਆ ਉਹਦੇ ਅਨੁਸਾਰ ਤੇ ਹੁੰਦਾ ਹੈ, ਉਹਦੇ ਅਨੁਸਾਰ ਤੇ ਹੁੰਦਾ। ਕਹਿੰਦੇ ਮੈਂ ਨਹੀਂ ਮੰਨਦਾ, ਮੈਨੂੰ ਸਮਝਾਓ, ਸਬੂਤ ਦਿਓ ਇਹਦਾ ਸਬੂਤ ਦਿਓ। ਉਹਨਾਂ ਨੇ ਕਿਹਾ ਫਿਰ ਇਹਦਾ ਤੇ ਸਬੂਤ ਇੱਕੋ ਹੀ ਮਿਲ ਸਕਦਾ ਵੀ ਤੂੰ ਮਰਨ ਲਈ ਤਿਆਰ ਹੋ ਜਾ, ਜਦੋਂ ਮਰੇਗਾ ਤੇ ਆਪਣੀਆਂ ਅੱਖਾਂ ਨਾਲ ਦੇਖ ਲਈ, ਹੋਰ ਕੋਈ ਸਬੂਤ ਇਹਦਾ ਮੈਂ ਕਿਵੇਂ ਦਿਆਂਗਾ। ਮੈਂ ਤੈਨੂੰ ਕਹਾਂ ਤੂੰ ਮੰਨਣਾ ਨਹੀਂ, ਕਿਉਂਕਿ ਤੈਨੂੰ ਦਿਸਣਾ ਨਹੀਂ। ਜੋ ਕੁਝ ਮੇਰੀ ਨਜ਼ਰ ਵਿੱਚ ਉਹ ਤੇਰੀ ਨਜ਼ਰ ਵਿੱਚ ਨਹੀਂ ਆ ਸਕਦਾ। ਜਾਂ ਤੂੰ ਆਪਣੇ ਗੁਰੂ ਤੇ ਭਰੋਸਾ ਕਰ ਲੈ। ਗੁਰੂ ਨੇ ਕਿਹਾ ਨਾ, ਆਜ ਮੇਰੇ ਮਨ ਪ੍ਰਗਟ ਭਇਆ ਹੈ, ਪੇਖੀ ਅਲੇ ਧਰਮ ਰਾਓ, ਭਗਤ ਜੀ ਦੀ ਬਾਣੀ ਹੈ। ਆਜ ਮੇਰਾ ਮਨ ਪ੍ਰਗਟ ਭਇਆ ਹੈ, ਪੇਖੀ ਅਲੇ ਧਰਮ ਰਾਓ, ਤੈ ਕਰਦਲ ਕਰਨ ਮਹਾਬਲੀ, ਤਿਨ ਆਗ ਲੜੈ ਮੈਂ ਰਹਿਣ ਨਾ ਜਾਏ। ਫਿਰ ਤਾਂ ਮਰਨਾ ਹੀ ਪਏਗਾ। ਇਸ ਕਰਕੇ ਜਿਨ੍ਹਾਂ ਨੇ ਆਪਣੇ ਆਪ ਨੂੰ ਮਾਰਿਆ ਉਹਨਾਂ ਨੇ ਸਭ ਕੁਝ ਦੇਖਿਆ। ਹੁਣ ਉਹ ਇਹਨਾਂ ਲੋਕਾਂ ਨੂੰ ਕਿਵੇਂ ਆ ਕੇ ਸਮਝਾਉਣ, ਕਿਵੇਂ ਪਤਾ ਲੱਗੇ। ਉੱਥੇ ਦੇਖਦਾ ਹੈ ਇੱਕ ਜੰਗਲੀ ਸ਼ੇਰ ਬੜਾ ਭਿਅੰਕਰ। ਉਹ ਸਾਧ ਸੰਗਤ ਇੱਕ ਜੰਗਲ ਹੈ ਤੇ ਬੜੀ ਤੇਜ਼ ਬਾਰਿਸ਼ ਤੇ ਗੜੇ ਪੈਣੇ ਸ਼ੁਰੂ ਹੋ ਗਏ। ਇਹ ਧਿਆਨ ਵਿੱਚ ਉਸ ਫਕੀਰ ਨੇ ਵੇਖਿਆ ਜਿਹਨੇ ਸਵਾਲ ਕੀਤਾ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਅੱਗੇ। ਗੁਰੂ ਨੇ ਦ੍ਰਿਸ਼ ਵਿਖਾਇਆ, ਕਲਾ ਵਿਖਾਈ। ਇੱਕ ਭਿਅੰਕਰ ਸ਼ੇਰ ਜੰਗਲ ਵਿੱਚ ਦੌੜ ਕੇ ਆਪਣੇ ਘੁਰਨੇ ਵੱਲ ਜਾ ਰਿਹਾ ਹੈ। ਬੜੇ ਤੇਜ਼ ਗੜੇ ਪੈਂਦੇ ਨੇ। ਇਹ ਤਾਂ ਸਾਰਿਆਂ ਦਾ ਤਜਰਬਾ ਹੈ ਨਾ ਵੀ ਸੁਪਨੇ ਵਿੱਚ ਮੀਂਹ ਵੀ ਪੈਂਦਾ, ਗੜੇ ਵੀ ਪੈਂਦੇ, ਕਈ ਕੁਝ ਹੁੰਦਾ ਹੈ। ਇਹ ਤਾਂ ਮੰਨ ਸਕਦੇ ਹਾਂ। ਇਸ ਤਰ੍ਹਾਂ ਹੋਇਆ। ਸ਼ੇਰ ਆਪਣੇ ਘੁਰਨੇ ਵੱਲ ਦੌੜ ਕੇ ਗਿਆ, ਪਰ ਉਹਦੇ ਜਾਣ ਤੋਂ ਪਹਿਲਾਂ ਦੋ ਮੁਸਾਫਰ ਆਦਮੀ ਇਹਨਾਂ ਗੜਿਆਂ ਤੋਂ ਬਚਣ ਵਾਸਤੇ ਹੋਰ ਕੋਈ ਥਾਂ ਨਾ ਲੱਭਾ, ਬੜੇ ਭਾਰੇ ਸਨ। ਉਹਨਾਂ ਨੂੰ ਨਹੀਂ ਸੀ ਪਤਾ ਸ਼ੇਰ ਦਾ ਘੁਰਨਾ ਹੈ। ਉਹ ਉਹਦੇ ਘੁਰਨੇ ਵਿੱਚ ਬੈਠ ਗਏ ਬਚਣ ਵਾਸਤੇ। ਸ਼ੇਰ ਨੇ ਬਾਹਰੋਂ ਤੇਜ਼ ਅੱਖ ਨਾਲ ਵੇਖਿਆ ਵੀ ਅੰਦਰ ਦੋ ਆਦਮੀ ਬੈਠੇ ਨੇ। ਆਖਰ ਉਹਦਾ ਵੀ ਤੇ ਦਿਮਾਗ ਹੈ। ਉਹਦੇ ਅੰਦਰ ਕੋਈ ਪੁਰਾਣਾ ਕਰਮ ਜਾਗਿਆ, ਕੋਈ ਦਇਆ ਜਾਗ ਪਈ। ਦਇਆ ਧਰਮ ਕਾ ਮੂਲ ਹੈ। ਦਇਆ ਜਾਗ ਪਈ ਤੇ ਉਹਦੇ ਮਨ ਵਿੱਚ ਵਿਚਾਰ ਆ ਗਿਆ ਵੀ ਇਹ ਤੇ ਆਦਮੀ ਜਾਤ ਹੈ। ਕੋਈ ਗਿਆਨ ਅੰਦਰ ਜਾਗਿਆ, ਕਿਉਂਕਿ ਕੁਝ ਪਸ਼ੂ ਐਸੇ ਨੇ ਜਿਹੜੇ ਡਾਇਰੈਕਟਲੀ ਮਨੁੱਖੀ ਜੂਨ ਵਿੱਚੋਂ ਪਸ਼ੂ ਬਣੇ ਨੇ। ਕੋਈ ਬਿਰਤੀ ਸੀ ਮਾਸ ਖਾਣ ਦੀ, ਇਸ ਲਈ ਪਸ਼ੂ ਦਾ ਸਰੀਰ ਮਿਲਣਾ, ਡਾਇਰੈਕਟਲੀ ਪਸ਼ੂ ਬਣੇ ਨੇ। ਤੁਸੀਂ ਇਤਿਹਾਸ ਵਿੱਚ ਪੜ੍ਹੋਗੇ, ਗੁਰੂ ਤੇਗ ਬਹਾਦਰ ਸਾਹਿਬ ਜੀ ਉਦਾਹਰਨ ਵੀ ਦਿੰਦੇ ਨੇ ਇੱਕ ਗੱਜ ਦੀ, ਹਾਥੀ ਦੀ, ਕਿ ਉਹਨੂੰ ਤੇਂਦੂਏ ਨੇ ਪਕੜਿਆ ਤੇ ਉਹਨੇ ਪਰਮਾਤਮਾ ਨੂੰ ਪੁਕਾਰਿਆ ਤੇ ਤੇਂਦੂਏ ਨੇ ਉਹਨੂੰ ਛੱਡ ਦਿੱਤਾ। ਇਹ ਪੁਰਾਣਿਕ ਗਾਥਾ ਹੈ। ਤਾਂ ਡਾਇਰੈਕਟ ਜਿਹੜਾ ਮਨੁੱਖ ਤੋਂ ਕਿਸੇ ਪਸ਼ੂ ਜੂਨ ਵਿੱਚ ਗਿਆ, ਉਸ ਪਸ਼ੂ ਜੂਨ ਵਿੱਚ ਕਿਤੇ ਬਰੀਕ ਥਾਂ ਤੇ ਮਨੁੱਖੀ ਬੁੱਧੀ ਕੰਮ ਕਰਦੀ ਰਹਿੰਦੀ, ਕਦੀ ਕਦੀ ਉਜਾਗਰ ਹੋ ਜਾਂਦੀ ਹੈ। ਇਸੇ ਤਰ੍ਹਾਂ ਤੁਸੀਂ ਵੇਖੋਗੇ ਇੱਕ ਆਦਮੀ ਹੈ ਮਨੁੱਖ ਦਾ ਸਰੀਰ, ਉਹਨੂੰ ਰੱਬ ਦੀ ਗੱਲ ਕਰੋ, ਉਹਨੂੰ ਗੁਰਬਾਣੀ ਦੀ ਗੱਲ ਕਰੋ, ਤੇ ਆਪਾਂ ਇੱਕ ਮੁਹਾਵਰਾ ਕਹਿੰਦੇ ਆ ਵੀ ਸੱਡੇ ਅੱਗੇ ਬੀਣ ਵਜਾਉਣ ਵਾਲੀ ਗੱਲ ਹੈ, ਜਾਂ ਗਧੇ ਅੱਗੇ ਬੀਣ ਵਜਾਈਏ। ਉਹਨੂੰ ਕੀ ਪਤਾ ਹੈ? ਕਿਉਂ ਨਹੀਂ ਪਤਾ ਲੱਗਦਾ? ਕਿਉਂਕਿ ਕਿਤੇ ਮਨੁੱਖੀ ਜਾਮੇ ਦੇ ਵਿੱਚ ਸਿੱਧਾ ਪਸ਼ੂ ਤੋਂ ਆਇਆ ਤੇ ਪਸ਼ੂ ਵੀ ਬੇਥੁੰਨ ਬਣਿਆ, ਗਧਾ ਹੋ ਗਿਆ ਕਿ ਸੱਪ ਹੋ ਗਿਆ। ਉਹਨੂੰ ਕੋਈ ਪਤਾ ਨਹੀਂ ਗਿਆਨ ਕੀ ਹੈ। ਜਾਂ ਕਿਸੇ ਪਸ਼ੂ ਤੋਂ ਡਾਇਰੈਕਟ ਮਨੁੱਖ ਬਣਿਆ, ਉਹਦੇ ਕੋਲ ਕੋਈ ਗਿਆਨ ਨਹੀਂ, ਉਹਦੇ ਅੱਗੇ ਜਿੰਨਾ ਮਰਜ਼ੀ ਗਿਆਨ ਫੂਕ ਦਿਓ, ਉਹਨੂੰ ਕੋਈ ਪਤਾ ਨਹੀਂ ਲੱਗੇਗਾ। ਇਸ ਕਰਕੇ ਉਸ ਸ਼ੇਰ ਵਿੱਚ ਕਿਤੇ ਗਿਆਤ ਸੀ, ਉਹ ਸੁਪਨੇ ਵਿੱਚ ਦੇਖਦਾ ਕਿ ਉਹ ਦੋ ਆਦਮੀ ਜਾਤ ਨੂੰ ਵੇਖ ਕੇ ਰੁਕ ਗਿਆ। ਮਨ ਵਿੱਚ ਗਿਆਨ ਪੈਦਾ ਹੋ ਗਿਆ, ਜੇ ਮੈਂ ਅੰਦਰ ਚਲਾ ਗਿਆ ਡਰ ਕੇ ਮਰ ਜਾਣਗੇ, ਜੇ ਮੈਂ ਨਾ ਵੀ ਇਹਨਾਂ ਨੂੰ ਖਾਧਾ ਤੇ। ਉਹਨੇ ਦਇਆ ਕੀਤੀ, ਸਾਰੀ ਬਾਰਿਸ਼ ਆਪਣੇ ਉੱਤੇ ਹੰਡਾਈ, ਉਹਨਾਂ ਦੋ ਮਨੁੱਖਾਂ ਨੂੰ ਬਚਾਇਆ, ਆਪਣੇ ਘਰ ਵਿੱਚ ਥਾਂ ਦਿੱਤੀ, ਆਪਣੇ ਕਮਰੇ ਵਿੱਚ ਥਾਂ ਦਿੱਤੀ। ਗੜੇ ਆਪਣੇ ਉੱਤੇ ਸਹਿੰਦਾ ਰਿਹਾ ਤੇ ਤੇਜ਼ ਲਹਿਰ ਚੱਲੀ ਉੱਥੇ ਹਵਾ, ਉਹਦੇ ਨਾਲ ਉਹ ਇੰਨਾ ਘਾਇਲ ਹੋ ਗਿਆ ਤੇਜ਼ ਗੜਿਆਂ ਨਾਲ ਕਿ ਰਾਤ ਉਹਦੀ ਮੌਤ ਹੁੰਦੀ ਹੈ। ਉਹ ਯੋਗੀ ਧਿਆਨ ਵਿੱਚ ਵੇਖ ਰਿਹਾ ਹੈ, ਮੌਤ ਹੁੰਦੀ ਹੈ। ਪਰਮਾਤਮਾ ਦੇ ਘਰ ਵਿੱਚ ਉਹਨੂੰ ਉੱਚੇ ਥਾਂ ਤੇ ਬਿਠਾਇਆ ਜਾਂਦਾ ਹੈ, ਉੱਥੇ ਉਹਦੀ ਸੇਵਾ ਹੁੰਦੀ ਹੈ, ਉੱਥੇ ਉਹਦੀ ਪੁੱਛ ਗਿੱਛ ਹੁੰਦੀ ਹੈ, ਪੁੱਛਿਆ ਜਾਂਦਾ ਹੈ
हैरान हो गया, क्योंकि उस जोगी की कंडीशन ये सी, उस स्टेज पर जाना चाहता सी जिथे शेर पहुँच गया, उसकी आत्मा चली गई। इन्हें नूं जाग खुल गई, इन्हें नूं सवेरा हो गया। हैरान होंदा भी ये की वाਕਿया सी। गुरु तेग बहादुर साहब कोल गया सवेरे, हजूर कहंदे ने जोगी राज तुहाडा सवाल सी ये मकान क्यों बनाए ने? कहन लगे महाराज हाँ सवाल सी, पर रात एक ध्यान विच नींद विच सुपना आया, समझ नहीं आई। कहंदे वो तुहाडे सवाल का जवाब ही सी। दसो एक आम जानवर नूं रब दे घर विच उच्ची थां किवें मिल गई? उन्हें एक बनाए हुए मकान विच घुरने विच किसी जीव नूं सहारा दिता सी, रब ने उन्होंने थां दे दी। उन्हें दो जीवां नूं थां दिती, रब ने उन्होंने थां दिती। तुसी क्या सी मकान क्यों? हजूर ने क्या मुसाफिर खाना है, मकान दे विच रहना होर गल है, मकान दे नाल चंबड़ जाना एक होर गल है। बहुत फर्क है। रहना होर गल है, चंबड़ना होर गल है, ध्यान विच वार वार हंडाउणा होर चीज़ है। इस करके उन्हें अपने मकान विच थां दिती, उन्होंने रब दे घर विच थां मिल गई। ये सच है, दिता लईए अपना, अण दिता किछ हथ ना आवे। गुरबाणी दे फैसले 100% सोधे हुए ने। ज्ञान दुनिया विच भी हैं बड़े, पर जेड़े ज्ञान गुरु ग्रंथ साहिब पातशाह ने दिते ने 100% सोधे हुए ज्ञान ने। उन्होंने चंगी तरह घोखिया गया, विचारिया गया, उन्होंने झुठलाया नहीं जा सकता, पूरे पूरे सच ने। इस करके बेनती कर रहा सां कि गुरु तेग बहादुर साहब उन्होंने दे जीवन विच भी वो कहते ने दुख ते सुख की गल करते हैं। अखरां वल आउण दा यतन करा, कहते मनुख यतन कादे करता रहिंदा है? यतन बहुत सुख के की, निरंतर यतन विच पिया रहिंदा है। सवेर तो शाम तक सुख नूं अपने खीसे विच, अपनी जेब विच पा के रखना चाहुंदा है, पर भुलेखा उहनूं वो एक भरम विच है। जिस सुख नूं असीं मंगने आ, गुरु तेग बहादुर साहब कहंदे दुख उहदे बिल्कुल नाल इकट्ठा ही आउंदा है। रुख ते छां वखरे नहीं हो सकते, सुख ते दुख वखरे नहीं हो सकते। दोवां नाल मिला के संसार बनाया गया, दोवां नूं इकट्ठे कीता गया। इस करके इन्हां दोवां नूं इक्को दम वरतन दी कला गुरु साहब ने सिखाई। सुख नूं किवें वरतना, दुख नूं किवें वरतना है। केतियां दुख भूख सद मार, ए पे दात तेरी दातार। ये भी एक दात है, बड़ी वड्डी दात जिहदे विच आदमी घड़िया जांदा है। सवेरे भी बेनती कीती सी, दुख भुख जिहड़ी है, केतियां दुख भूख सद मार। दुख ही आदमी नूं घड़दा है, नहीं तो मुरदा है। जिन्हों जीवन दे विच कदी कोई रुकावट ही नहीं आई, वो चढ़न की जाच किवें सिखेगा? जिहदे जीवन विच कदी चढ़ाई नहीं आई, तुसीं कदी वेखना असीं दुख तो दौड़ने आ, सुख नूं मंगने। ठीक है, दुख की एक हद हुंदी है, आदमी जिथों तक उन्होंने सहन कर सके। पर मैं एक छोटी जी उदाहरण दियां, तुसीं कदी वेखना जे जमीन ढलदी है, नीवें पासे नूं तुरीए तो शरीर नूं सुख मिलता है, क्योंकि जोर नहीं लगता। नीवें पासे वाला आदमी जा रहा, कोई ताकत नहीं लगेगी, आप ही रिढ़दा जा रहा, कोई जोर नहीं लगता। पर जे आदमी नूं थोड़ी जी उचाई वाल चढ़ना पए, उच्चे पैर चुकने पैण, पहाड़ वाल जाना पए, तो उहदे शरीर की ताकत लगेगी। पर जिन्नी उहदे शरीर की ताकत लगेगी, उन्नी उहदे शरीर की ताकत वधेगी। शरीर का ये एक विज्ञान है, ਇਹਦਾ जिन्ना जोर लगे ਇਹਦਾ उन्ना जोर ਵੱਧਦਾ है। जिन्नी ਇਹਦੀ ताकत लाई जाए उन्नी ਇਹਦੀ ताकत ਵੱਧ ਜਾਂਦੀ है। मन का भी यही कारण है, मन का भी यही मैथ है। मन ਨੂੰ जिन्ना बरीक करांगे उन्नी ਇਹਦੀ ताकत ਵੱਧ जाएगी, शक्ति ਵੱਧ जाएगी। जिन्ना ये खाली रहेगा उन्नी ਇਹਦੀ ताकत घटती जाएगी। मन गलत राहां ते जाएगा, ध्यान विच नहीं जाएगा, बरीकी विच नहीं जाएगा, उन्नी ਇਹਦੀ ताकत घट जाएगी, उन्ना कमज़ोर पैंदा जाएगा, उन्हें ਇਹਦੇ नैगेटिव ख्याल आने शुरू हो जाएंगे। इस करके किसी भी चीज़ नूं
ਤਾਕਤਵਰ ਕਰਨ ਵਾਸਤੇ ਉਹਦੇ ਤੇ ਦੁੱਖ ਸਹਿਣਾ ਪੈਂਦਾ। ਦੁੱਖ ਤੋਂ ਬਿਨਾਂ ਨਹੀਂ। ਇੱਕ ਪਹਿਲਵਾਨ ਇੱਕ 100 ਡੰਡ ਬੈਠਕਾਂ ਮਾਰਦਾ, ਬੜਾ ਦੁੱਖ, ਬੜੇ ਸਰੀਰ ਵਿੱਚ ਦਰਦਾਂ ਹੁੰਦੀਆਂ ਨੇ, ਪਰ ਉਹ ਜਿਹੜਾ ਦੁੱਖ ਹੈ ਉਹਦੇ ਵਿੱਚ ਸ਼ਕਤੀ ਭਰ ਰਿਹਾ। ਇੱਕ ਆਦਮੀ ਸਾਰਾ ਦਿਨ ਮੰਜੇ 'ਤੇ ਪਿਆ ਹੋਇਆ, ਸੁੱਖ ਤੇ ਬੜਾ ਹੈ, ਪਰ ਸੁੱਖ ਦਾ ਬਣੇਗਾ ਕੀ? ਉੱਠ ਕੇ ਤੁਰਦਾ, ਤੁਰਿਆ ਨਹੀਂ ਜਾਂਦਾ, 4 ਕਦਮ ਨਹੀਂ ਤੁਰਿਆ ਜਾਂਦਾ। ਹੈ ਸੁੱਖ ਮੰਜੇ ਦਾ, ਪਰ ਉਸ ਸੁੱਖ ਨੇ ਥਕਾ ਦਿੱਤਾ। ਇਹ ਜੀਵਨ ਦੀ ਕਲਾ ਬਣਾਈ, ਅਸੀਂ ਇਹਨੂੰ ਗਲਤ ਤਰੀਕੇ ਨਾਲ ਲੈ ਲਿਆ। ਆਦਮੀ ਮਿੱਟੀ ਬਣਨਾ ਚਾਹੁੰਦਾ ਹੈ, ਉਹ ਚਾਹੁੰਦਾ ਮੈਨੂੰ ਹੱਥ ਨਾ ਹਿਲਾਉਣਾ ਪਏ, ਪੈਰ ਨਾ ਹਿਲਾਉਣਾ ਪਏ, ਕੰਮ ਨਾ ਕਰਨਾ ਪਏ, ਮਿਹਨਤ ਨਾ ਕਰਨੀ ਪਵੇ। ਧਰਮ ਦੇ ਮਾਮਲੇ ਵਿੱਚ ਵੀ ਆਦਮੀ ਇਹ ਚਾਹੁੰਦਾ, ਕਰੇ ਕੋਈ ਤੇ ਮਿਲੇ ਮੈਨੂੰ। ਇਸੇ ਤਰ੍ਹਾਂ ਇਹ ਸਹਿਜੇ ਸਹਿਜੇ ਆਲਸੀ ਹੋ ਜਾਂਦਾ ਹੈ। ਮਿਹਨਤ ਉਹਦੀ ਜ਼ਿੰਦਗੀ ਵਿੱਚੋਂ ਖੰਭ ਲਾ ਕੇ ਉੱਡ ਜਾਂਦੀ, ਔਰ ਸਹਿਜੇ ਸਹਿਜੇ ਉਹ ਇੱਕ ਮਿੱਟੀ ਦਾ ਬੁੱਤ ਬਣ ਕੇ ਰਹਿ ਜਾਂਦਾ, ਕੁਝ ਵੀ ਨਹੀਂ। ਜੀਵਨ ਇਸ ਤਰ੍ਹਾਂ ਦਾ ਹੈ, ਜਿੰਨਾ ਇਸ ਨੂੰ ਚਲਾਓ ਓਨਾ ਤੇਜ਼ ਚੱਲੇਗਾ, ਜਿੰਨਾ ਇਸ ਨੂੰ ਰੋਕ ਦਿਓ ਓਨਾ ਰੁਕ ਜਾਏਗਾ। ਤਾਂ ਸਤਿਗੁਰੂ ਕਹਿੰਦੇ ਆਦਮੀ ਕੀ ਕਰ ਰਿਹਾ? ਸੁੱਖ ਦੇ ਸਾਧਨ ਲੱਭ ਰਿਹਾ, ਪਰ ਉਹਨੂੰ ਪਤਾ ਨਹੀਂ ਇਹਨਾਂ ਸੁੱਖ ਦੇ ਸਾਧਨਾਂ ਦੇ ਵਿੱਚ ਇੱਕ ਦੁੱਖ ਹੈ। ਇੱਕ ਹੋਰ ਉਦਾਹਰਨ ਆਪ ਜੀ ਨਾਲ ਸਾਂਝੀ ਕਰਦਿਆਂ, ਆਸਾ ਦੀ ਵਾਰ ਦੇ ਅਖੀਰ ਤੇ ਸ਼ਲੋਕ ਆਉਂਦੇ ਨੇ। ਗੁਰੂ ਸਾਹਿਬ ਨੇ ਦੋਵੇਂ ਤਰ੍ਹਾਂ ਦੇ ਲੋਕਾਂ ਦਾ ਜ਼ਿਕਰ ਕੀਤਾ ਹੈ। ਇੱਕ ਨਿਹਾਲੀ ਪੈ ਸ਼ਵਨ, ਇੱਕ ਉੱਪਰ ਰਹਿਣ ਖੜੇ। ਇੱਕ ਨਿਹਾਲੀਦਾਰ ਉੱਥੇ ਮੰਜੇ ਤੇ ਤੁਲਾਈ ਤੇ ਸੁੱਤੇ ਰਹਿੰਦੇ ਨੇ, ਤੇ ਪੁਰਾਣੇ ਸਮੇਂ ਵਿੱਚ ਪੱਖੇ ਨਹੀਂ ਸਨ ਹੁੰਦੇ, ਨੌਕਰ ਰੱਖੇ ਹੁੰਦੇ ਸਨ। ਨੌਕਰ ਰੱਖਦੇ ਸਨ ਵੀ ਇੰਨੇ ਘੰਟੇ ਤੂੰ ਪੱਖਾ ਝੱਲਣਾ ਰਾਤ, ਇਹ ਤੈਨੂੰ ਤਨਖਾਹ ਮਿਲੇਗੀ। ਇੱਕ ਉੱਪਰ ਰਹਿਣ ਖੜੇ, ਤਿੰਨਾਂ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ। ਹੁਣ ਜਿਹੜਾ ਉਸ ਤਲਾਈ ਤੇ ਸੁੱਤਾ ਹੈ ਵੇਖਣ ਵਿੱਚ ਸੁਖੀ ਹੈ, ਪਰ ਜਿਹੜਾ ਖਲੋ ਕੇ ਪੱਖਾ ਝੱਲ ਰਿਹਾ ਉਹ ਵੇਖਣ ਵਿੱਚ ਦੁਖੀ ਲੱਗਦਾ ਹੈ, ਪਰ ਉਹਦੇ ਸਰੀਰ ਦੀ ਜਿਹੜੀ ਮਿਹਨਤ ਹੈ ਉਹਦੇ ਸਰੀਰ ਨੂੰ ਤਕੜਾ ਕਰ ਰਹੀ ਹੈ, ਤਾਕਤ ਦੇ ਰਹੀ ਹੈ। ਜਿਹੜਾ ਮੰਜੇ ਤੇ ਸੁੱਖ ਲੈ ਰਿਹਾ ਉਹਨੂੰ ਮੁਰਦਾ ਕਰ ਰਹੀ ਹੈ, ਬੇਜਾਨ ਕਰ ਰਹੀ ਹੈ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿ ਰਹੇ ਮਨੁੱਖ ਦੀ ਹਾਲਤ ਹੈ, ਉਹ ਸੁੱਖ ਹੀ ਸੁੱਖ ਚਾਹੀ ਜਾਂਦਾ ਹੈ, ਔਰ ਦੁੱਖ ਦਾ ਕੋਈ ਉਪਰਾਲਾ ਨਹੀਂ ਕਰਦਾ। ਯਾਨੀ ਕਿ ਦੁੱਖ ਨੂੰ ਜੀਵਨ ਦੇ ਵਿੱਚ ਕਿਸੇ ਢੰਗ ਨਾਲ ਢਾਲਣ ਤੋਂ ਬਿਨਾਂ ਕਦੀ ਵੀ ਜੀਵਨ ਦੀ ਸਿੱਧੀ ਪ੍ਰਾਪਤ ਨਹੀਂ ਹੁੰਦੀ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਯਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਦੂਸਰਾ ਵਿਸ਼ਾ ਜੋ ਮੈਂ ਲੈ ਰਿਹਾ ਸੀ, ਉਹਨੂੰ ਇਸ ਸੁੱਖ ਦੇ ਵਿੱਚੋਂ ਦੁੱਖ ਨੂੰ ਪਹਿਚਾਨਣ ਦੀ ਜਾਚ ਨਹੀਂ ਆਈ। ਸਾਹਿਬ ਕਹਿੰਦੇ, ਕਹੋ ਨਾਨਕ ਸੁਨ ਰੇ ਮਨਾ, ਹਰ ਭਾਵੈ ਸੋ ਹੋਏ। ਹੁਣ ਇਸ ਪੰਕਤੀ ਵਿੱਚ ਦੱਸਿਆ ਸੁਖੀ ਕੌਣ? ਜਿਹੜਾ ਇਸ ਵਿਸ਼ਵਾਸ ਦੇ ਉੱਤੇ ਦ੍ਰਿੜ ਹੋ ਗਿਆ ਕਿ ਉਹੀ ਹੋਵੇਗਾ ਜੋ ਕੁਝ ਉਹਨੇ ਕਰਨਾ ਹੈ, ਉਹਦੇ ਤੋਂ ਬਿਨਾਂ ਕੁਝ ਹੋ ਹੀ ਨਹੀਂ ਸਕਦਾ। ਫਿਰ ਚਿੰਤਾ ਕਿਸ ਚੀਜ਼ ਦੀ ਹੈ? ਪਹਿਲੇ ਜੋ ਕੁਝ ਹੋਇਆ ਉਹ ਉਸਨੇ ਕਰਨਾ ਸੀ, ਅੱਜ ਜੋ ਕੁਝ ਹੋ ਰਿਹਾ ਇਹ ਵੀ ਉਸਨੇ ਕਰਨਾ ਹੈ। ਆਉਣ ਵਾਲੇ ਸਮੇਂ ਵਿੱਚ ਉਹ ਹੀ ਹੋਵੇਗਾ ਜੋ ਉਸਨੇ ਕਰਨਾ ਹੈ। ਤਾਂ ਫਿਰ ਜਿਹੜਾ ਇੰਨਾ ਸਮਰੱਥ ਹੈ, ਜੋ ਪਿੱਛੇ ਵੀ ਕਰਦਾ ਰਿਹਾ, ਜੋ ਅੱਜ ਵੀ ਕਰ ਰਿਹਾ ਤੇ ਆਉਣ ਵਾਲੇ ਸਮੇਂ ਵਿੱਚ ਵੀ ਕਰੇਗਾ, ਇਹ ਅਭਿਆਸ ਜਿਹਦੀ ਜ਼ਿੰਦਗੀ ਵਿੱਚ ਗਹਿਰਾ ਹੋ ਜਾਏ, ਉਹ ਇੱਕ ਬੇਪਰਵਾਹੀ ਦੇ ਆਲਮ ਵਿੱਚ ਜਿਉਣ ਲੱਗ ਪੈਂਦਾ। ਉਹ ਭੈ ਤੋਂ ਮੁਕਤ ਹੋ ਜਾਂਦਾ ਹੈ, ਭਰਮ ਤੋਂ ਮੁਕਤ ਹੋ ਜਾਂਦਾ ਹੈ, ਕਿਉਂਕਿ ਜੋ ਸਮਰੱਥ ਹੈ ਉਹਦੇ ਹੱਥਾਂ ਵਿੱਚ ਜੀਵਨ ਦੀ ਡੋਰੀ ਦੇ ਦਿੰਦਾ ਹੈ। ਉਹ ਆਪ ਉਹਦੀ ਸੰਭਾਲ ਕਰਨੀ ਸ਼ੁਰੂ ਕਰ ਦਿੰਦਾ ਹੈ। ਬੇਚਿੰਤਤਾਈ ਉਹਦੇ ਜੀਵਨ ਵਿੱਚ ਛਾ ਜਾਂਦੀ ਏ। ਇਸ ਕਰਕੇ ਉਹ ਇਸ ਗੱਲ ਨੂੰ ਪਰਪੱਕ ਕਰ ਲੈਂਦਾ। ਕਹਿੰਦੇ, ਕਹੋ ਨਾਨਕ ਸੁਨ ਰੇ ਮਨਾ, ਹੇ ਮੇਰੇ ਮਨ, ਤੂੰ ਇਸ ਵਿਚਾਰ ਨੂੰ ਦ੍ਰਿੜ ਕਰ। ਕਿਹੜੀ ਵਿਚਾਰ? ਕਹਿੰਦੇ, ਹਰ ਭਾਵੈ ਸੋ ਹੋਏ। ਉਹੀ ਹੋਏਗਾ, ਹੋ ਰਿਹਾ ਹੈ, ਪਿੱਛੇ ਹੋਇਆ, ਜੋ ਉਸ ਨੂੰ ਠੀਕ ਲੱਗਦਾ। ਪਰ ਸਤਿਗੁਰੂ ਅੱਗੇ ਦੇ ਨਾਲ ਮਿਲਦੇ ਬਚਨ ਕਹਿੰਦੇ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਸਾਰਾ ਹੀ ਜਗਤ ਭਿਖਾਰੀ ਹੈ, ਭੀਖ ਮੰਗਣ ਵਾਲਾ। ਬਸ ਫਰਕ ਇੰਨਾ, ਕੋਈ ਮੰਗਤਾ 1 ਰੁਪਈਏ ਦਾ, ਕੋਈ 10 ਰੁਪਈਆਂ ਦਾ, ਕੋਈ 10,000 ਦਾ, ਕੋਈ 10 ਲੱਖ ਦਾ
हैन सारे ही मंगते, बस उन्हां दी पद्धर उच्ची नीवीं है। कोई 1 रुपये का मंगता है, कोई लख का है, फर्क कोई नहीं है, कोई बहुता अंतर नहीं। ਵੱਡੇ ਮੰਗਤਿਆਂ ਦੀਆਂ ਲੋੜਾਂ ਵੀ ਵੱਡੀਆਂ ਨੇ, ਛੋਟੇ ਮੰਗਤਿਆਂ ਦੀਆਂ ਲੋੜਾਂ ਛੋਟੀਆਂ ਨੇ। ਉਹਨਾਂ ਦਾ ਮਕਸਦ ਇੱਕ ਰੋਟੀ ਤੱਕ ਹੈ, ਸ਼ਾਮ ਦੀ ਰੋਟੀ ਤੱਕ। ਉਹ ਉੱਥੋਂ ਤੱਕ ਮੰਗਦੇ ਨੇ। ਛੋਟੇ ਸੀਮਿਤ ਮੰਗਤੇ ਨੇ। ਕੁਝ ਮੰਗਤੇ ਨੇ 1 ਸਾਲ ਲਈ ਮੰਗਦੇ ਨੇ, ਕੁਝ ਮੰਗਤੇ ਨੇ 10 ਸਾਲ ਲਈ, ਕੁਝ 100 ਸਾਲ ਲਈ, ਤੇ ਕੁਝ ਆਉਣ ਵਾਲਿਆਂ ਲਈ ਵੀ ਮੰਗਦੇ ਨੇ। ਇਸ ਤਰ੍ਹਾਂ ਦੇ ਮੰਗਤੇ ਇਸ ਸੰਸਾਰ ਵਿੱਚ ਸਾਰੇ ਨੇ। ਪਰ ਸਤਿਗੁਰੂ ਕਹਿੰਦੇ तू उस दाते तो कदी दात मंग ऐसी, सब को दाता राम। ये दातां भी उहदे कोल हैन, पर वो दात मंग किहड़ी दात, जिहड़ी दात तेरे अपने काम आ सके। ये जो कुछ तू मंगी जा रहा है इत्थे सी, उन्हें पलट के एक थां तो दूजे थां ते दे देना। सब को दाता राम। साहब कहंदे कहो नानक मन सिमर तेह। हे मेरे मन, ऐसे अकाल पुरख वाहिगुरू का सिमरन कर, पूर्ण होवै काम। तेरी जिंदगी के सारे कम संपूर्ण होणगे, पूरे हो जाणगे। हर एक कारज, हर एक पक्ष तो लोक परलोक के सुख उहदे घर विच हन। गुरु तेग बहादुर साहब सच्चे पातशाह जी ये बख्शिश कर रहे हैं कि दुख ते सुख दी कीमियां, दुख ते सुख का हिसाब किताब समझना अत जरूरी है। वो दाता है, उस तो मंगना चाहिए।